ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅਸੀਂ ਇਸ ਚੈਨਲ ਦੇ ਉੱਪਰ ਪੀਐਸ ਟੈਟ ਦੀ ਤਿਆਰੀ ਕਰਵਾ ਰਹੇ ਹਾਂ। ਅੱਜ ਜਿਹੜਾ ਆਪਣਾ ਮੋਸਟ ਇੰਪੋਰਟੈਂਟ ਲੈਕਚਰ ਆ ਉਹ ਹੈ ਆਪਣਾ ਇੰਗਲਿਸ਼ ਪੈਡਾਗੋਜੀ ਦੇ ਵਿੱਚੋਂ। ਤਾਂ ਇੰਗਲਿਸ਼ ਪੈਡਾਗੋਜੀ ਦੇ ਵਿੱਚ ਆਪਣਾ ਕੀ ਟੌਪਿਕ ਰਹਿਣ ਵਾਲਾ ਹੈ, ਇੰਗਲਿਸ਼ ਪੈਡਾਗੋਜੀ ਦਾ 11ਵਾਂ ਲੈਕਚਰ ਹੈ। ਇਸ ਤੋਂ ਪਹਿਲਾਂ ਅਸੀਂ 10 ਲੈਕਚਰ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ। ਅਲੱਗ ਤੋਂ ਤੁਹਾਡੀ ਪਲੇਲਿਸਟ ਬਣੀ ਹੋਈ ਆ, ਜਾ ਕੇ ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ। ਅੱਜ ਦਾ ਜਿਹੜਾ ਟੌਪਿਕ ਰਹੇਗਾ ਆਪਣਾ ਇੰਗਲਿਸ਼ ਪੈਡਾਗੋਜੀ ਦੇ ਵਿੱਚੋਂ, ਉਹ ਰਿਮੀਡੀਅਲ ਟੀਚਿੰਗ ਰਹੇਗਾ। ਜਿਹੜੇ ਕਿ ਆਪਾਂ ਪੰਜਾਬੀ ਦੀ ਗੱਲ ਕਰਦੇ ਹਾਂ, ਉਪਚਾਰਾਤਮਿਕ ਸਿੱਖਿਆ। ਤਾਂ ਉਪਚਾਰਾਤਮਿਕ ਸਿੱਖਿਆ ਜਾਂ ਅਧਿਆਪਨ ਹੋਏਗਾ ਕਿ ਇਹ ਸਾਰੇ ਹੀ ਇੱਕ ਹੋਣਗੇ। ਨਾਲ ਨਾਲ ਤੁਹਾਡਾ ਇੰਗਲਿਸ਼ ਦੇ ਨਾਲ ਨਾਲ ਹਨਾ, ਇੰਗਲਿਸ਼ ਦੇ ਨਾਲ ਨਾਲ ਤੁਹਾਡੀ ਪੰਜਾਬੀ ਦੀ ਵੀ ਤਿਆਰੀ ਹੋ ਰਹੀ ਆ, ਕਿਉਂਕਿ ਆਪਾਂ ਪੰਜਾਬੀ ਪੈਡਾਗੋਜੀ ਤੇ ਇੰਗਲਿਸ਼ ਪੈਡਾਗੋਜੀ 'ਚ ਜ਼ਿਆਦਾ ਡਿਫਰੈਂਸ ਨਹੀਂ ਹੈ, ਲਗਭਗ ਸਾਰੇ ਸੇਮ ਨੇ। ਅਗਰ ਥੋੜਾ ਬਹੁਤ ਆਪਾਂ ਅੰਗਰੇਜ਼ੀ 'ਚ ਪੜ੍ਹਦੇ ਹਾਂ ਇੰਗਲਿਸ਼ ਹੋਏਗੀ, ਪੰਜਾਬੀ 'ਚ ਪੜ੍ਹਦੇ ਹੋ ਪੰਜਾਬੀ ਪੈਡਾਗੋਜੀ ਹੋਏਗੀ। ਨਾਲ ਨਾਲ ਤੁਹਾਨੂੰ ਪੰਜਾਬੀ ਵਿੱਚ ਵੀ ਸਮਝਾ ਰਿਹਾ ਤੇ ਅੰਗਰੇਜ਼ੀ ਵਿੱਚ ਵੀ, ਤੁਹਾਡੇ ਦੋਨੋਂ ਹੀ ਜਿਹੜੇ ਕਹਿ ਸਕਦੇ ਹੋ ਸਬਜੈਕਟ ਕੰਪਲੀਟ ਹੋ ਜਾਣਗੇ ਇੱਥੇ। ਰਿਮੀਡੀਅਲ ਟੀਚਿੰਗ ਨੂੰ ਪੰਜਾਬੀ ਵਿੱਚ ਆਪਾਂ ਉਪਚਾਰਾਤਮਕ ਸਿੱਖਿਆ ਕਹਿੰਦੇ ਹਾਂ। ਲਓ ਜੀ, ਨੈਕਸਟ ਚੱਲਦੇ ਹਾਂ। ਜਿਹੜਾ ਇਸ ਦਾ 11ਵਾਂ ਲੈਕਚਰ ਹੈ ਉਸ ਨੂੰ ਡਿਟੇਲ ਦੇ ਵਿੱਚ ਜਾਣਦੇ ਹਾਂ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇੰਗਲਿਸ਼ ਪੈਡਾਗੋਜੀ ਕਰਦੇ ਹਾਂ। ਇੰਗਲਿਸ਼ ਪੈਡਾਗੋਜੀ ਕਿਉਂ ਪੜ੍ਹਦੇ ਹਾਂ, ਸਾਨੂੰ ਪੀਐਸ ਟੈਟ ਵਿੱਚ ਕਿਉਂ ਆਉਂਦੀ ਹੈ, ਤੁਸੀਂ ਆਪ ਅੰਦਾਜ਼ਾ ਲਗਾਇਓ। ਅਗਰ ਇੰਗਲਿਸ਼ ਪੈਡਾਗੋਜੀ ਪੜ੍ਹਨ ਦਾ ਕਾਰਨ ਕੀ ਆ, ਕਿ ਆਪਾਂ ਨੂੰ ਅੰਡਰਸਟੈਂਡਿੰਗ ਹੋ ਜੇ ਬੱਚੇ ਕੀ ਸੋਚਦੇ ਨੇ, ਆਪਾਂ ਬੱਚਿਆਂ ਨੂੰ ਅੰਡਰਸਟੈਂਡ ਕਰ ਸਕੀਏ ਬੱਚੇ ਕੀ ਸੋਚਦੇ ਨੇ, ਬੱਚਿਆਂ ਲਈ ਕੀ ਵਧੀਆ ਰਹੇਗਾ, ਕਿਹੜਾ ਮੈਥਡ ਆਪਾਂ ਪੜ੍ਹਾਉਣ ਦੇ ਲਈ ਯੂਜ਼ ਕਰਾਂਗੇ ਤੇ ਕਿਹੜੀ ਆਪਾਂ ਸਟ੍ਰੈਟਜੀ ਅਪਣਾਵਾਂਗੇ, ਕੀ ਬੱਚਿਆਂ ਦੀ ਜਿਹੜੀ ਅਚੀਵਮੈਂਟ ਜਿਹੜੀ ਰਹੇਗੀ ਉਸ ਨੂੰ ਇੰਪਰੂਵ ਕਿਵੇਂ ਕਰ ਸਕਦੇ ਹਾਂ, ਬੱਚਿਆਂ ਵਿੱਚ ਜਿਹੜੀ ਇੰਪਰੂਵਮੈਂਟ ਆ ਉਹ ਕਿਵੇਂ ਲੈ ਕੇ ਆ ਸਕਦੇ ਆ। ਸਾਰੀ ਹੀ ਚੀਜ਼ ਇਹ ਰਿਮੀਡੀਅਲ ਟੀਚਿੰਗ ਵਿੱਚ ਰਹਿਣ ਵਾਲੀ ਹੈ। ਤੇ ਥੋੜਾ ਬਹੁਤ ਤੁਸੀਂ ਸੋਚ ਕੇ ਚੱਲੋਗੇ, ਇਸ ਤੋਂ ਜ਼ਿਆਦਾ ਆਪਣਾ ਕੁਝ ਨਹੀਂ ਰਹੇਗਾ, ਬਸ ਥੋੜਾ ਸਮਝਣ ਦੀ ਲੋੜ ਹੈ। ਦੇਖੋ, ਸਭ ਤੋਂ ਪਹਿਲਾਂ ਆਪਾਂ ਨੂੰ ਕਨਸੈਪਟ ਜਾਣਨਾ ਚਾਹੀਦਾ ਰਿਮੀਡੀਅਲ ਟੀਚਿੰਗ ਹੈ ਕੀ, ਕਿਉਂਕਿ ਇਸ ਦੇ ਉੱਪਰ ਹਮੇਸ਼ਾ ਹੀ ਇੱਕ ਐਮਸੀਕਿਊ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਮੋਸਟ ਇੰਪੋਰਟੈਂਟ ਟੌਪਿਕ ਆ ਇਹ ਆਪਣਾ। ਅਗਰ ਪੰਜਾਬੀ ਕਰੀਏ, ਇੰਗਲਿਸ਼ ਕਰੀਏ ਜਾਂ ਹਿੰਦੀ ਕਰੀਏ, ਤਾਂ ਬਿਲਕੁਲ ਰਿਮੀਡੀਅਲ ਟੀਚਿੰਗ ਦਾ ਕੀ ਮਤਲਬ ਆ। ਕਹਿੰਦੇ ਰਿਮੀਡੀਅਲ ਟੀਚਿੰਗ ਦਾ ਮਤਲਬ ਆ ਕਿ ਬੱਚਿਆਂ ਅੰਦਰ ਜੋ ਡਿਫਿਕਲਟੀਜ਼ ਪਾਈਆਂ ਜਾਂਦੀਆਂ ਨੇ, ਪ੍ਰੋਬਲਮ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਦੂਰ ਕੀਤਾ ਜਾਵੇ। ਲਓ ਜੀ, ਸਭ ਤੋਂ ਪਹਿਲਾਂ ਕਹਿੰਦੇ ਰਿਮੀਡੀ ਦਾ ਮਤਲਬ ਕੀ ਆ, ਮੀਨਸ ਆ ਕਿ ਕਿਉਰ ਅੰਗੇਂਸਟ ਦਾ ਡਿਫੈਕਟ ਹੁੰਦਾ, ਕੋਈ ਬੱਚੇ ਦੇ ਅੰਦਰ ਪ੍ਰੋਬਲਮ ਆਉਂਦੀ ਆ, ਉਹਨੂੰ ਇਲਾਜ ਕੀਤਾ ਜਾਵੇ, ਉਹਦਾ ਉਪਚਾਰ ਕੀਤਾ ਜਾਵੇ। ਆਪਾਂ ਕਰਾਂਗੇ ਉਪਚਾਰ, ਇਲਾਜ ਕੀਤਾ ਜਾਵੇ, ਉਸ ਨੂੰ ਸੋਲਵ ਕੀਤਾ ਜਾਵੇ, ਜੋ ਵੀ ਪ੍ਰੋਬਲਮ ਆ ਉਹਨੂੰ ਸੋਲਵ ਕੀਤਾ ਜਾਵੇ, ਜੋ ਵੀ ਡਿਫੈਕਟ ਬੱਚੇ ਅੰਦਰ ਆ ਰਿਹਾ ਹੈ। ਦੇਖੋ, ਪੜ੍ਹਨ ਦੇ ਵਿੱਚ ਬਹੁਤ ਸਾਰੇ ਬੱਚੇ ਹੁੰਦੇ ਨੇ, ਬਹੁਤ ਸਾਰੇ 'ਚ ਅਲੱਗ-ਅਲੱਗ ਜਿਹੜੀਆਂ ਕਿ ਡਿਫੈਕਟ ਪਾਏ ਜਾਂਦੇ ਨੇ। ਬੱਚੇ ਕਈ ਲਿਖਣ ਦੇ ਵਿੱਚ ਕਮਜ਼ੋਰ ਹੁੰਦੇ ਨੇ, ਪੜ੍ਹਨ ਦੇ ਵਿੱਚ, ਸਮਝਣ ਦੇ ਵਿੱਚ, ਇਸ ਤਰ੍ਹਾਂ ਦੀਆਂ ਕਮੀਆਂ ਬੱਚੇ ਦੇ ਅੰਦਰ ਪਾਈਆਂ ਜਾਣੀਆਂ। ਉਹ ਕਮੀਆਂ ਨੂੰ ਦੂਰ ਕਰਾਂਗੇ ਕਿਵੇਂ, ਰਿਮੀਡੀਅਲ ਟੀਚਿੰਗ ਦੇ ਨਾਲ, ਉਪਚਾਰਾਤਮਕ ਸਿੱਖਿਆ ਦੇ ਨਾਲ। ਬਿਲਕੁਲ ਆ ਜੀ। ਅੱਗੇ ਦੇਖੋ ਜੀ, ਕਹਿੰਦੇ ਕੀ ਹੈ, ਇਹ ਪ੍ਰੋਵਾਈਡ ਕਰਦੀਆਂ ਇੰਸਟਰਕਸ਼ਨ, ਜਿਹੜੇ ਕਰੈਕਟਨੈਸ ਦਾ ਇੱਥੇ ਕੀ ਮਤਲਬ ਆ, ਬੱਚੇ ਨੂੰ ਗਾਈਡ ਕਰਦੇ ਪਏ ਆ। ਇੱਥੇ ਕੀ ਆ, ਬੱਚੇ ਨੂੰ ਗਾਈਡ ਕਰਦੇ ਪਏ ਆ। ਜੋ ਬੱਚਾ ਕਮੀਆਂ ਕਰਦਾ ਹੈ, ਜੋ ਬੱਚੇ ਅੰਦਰ ਮਿਸਟੇਕ ਪਾਈਆਂ ਜਾਂਦੀਆਂ ਨੇ, ਉਹਨੂੰ ਖਤਮ ਕਰਨ ਦੇ ਲਈ ਬੱਚੇ ਨੂੰ ਗਾਈਡ ਕਰਾਂਗੀ। ਬੱਚੇ ਤੂੰ ਇਹ ਗਲਤੀਆਂ ਕਰਦਾ, ਅੱਗੇ ਤੋਂ ਇਹ ਗਲਤੀਆਂ ਨਾ ਕਰੀ। ਮੰਨ ਲਓ ਕੋਈ ਬੱਚਾ ਹੈ, ਉਹ ਜੋੜ ਦਾ ਸਵਾਲ ਕਰਕੇ ਲੈ ਕੇ ਆਇਆ, ਉਹਨੂੰ ਕਹਾਂਗੇ ਬੇਟਾ ਤੂੰ ਭਾਓ ਦਾ ਘਟਾਓ ਦਾ ਕਰ, ਘਟਾਓ ਵਿੱਚ ਕਮੀ ਰਹਿ ਗਈ ਬੱਚੇ ਦੇ ਅੰਦਰ, ਕਮੀ ਕੋਈ ਮਿਸਟੇਕ ਕਰਤੀ, ਉਹਨੂੰ ਕਹਾਂ ਬੇਟਾ ਤੂੰ ਇੱਥੇ ਗਲਤੀ ਕੀਤਾ, ਇੱਥੇ ਇਹ ਨਾ ਕਰਿਆ ਕਰ, ਇੱਥੇ ਐਵੇਂ ਸਹੀ ਕਰਿਆ ਕਰ। ਬੱਚੇ ਨੂੰ ਆਪਾਂ ਕੀ ਦੇ ਰਿਹਾ, ਗਾਈਡੈਂਸ ਦੇ ਰਿਹਾ, ਇੰਸਟਰਕਸ਼ਨ ਦੇ ਰਹੇ ਹਾਂ, ਬੱਚੇ ਨੂੰ ਗਾਈਡ ਕਰਦੇ ਪਏ, ਇਹੀ ਗੱਲ ਆ ਜੀ। ਉਸ ਤੋਂ ਬਾਅਦ ਕਹਿੰਦੇ ਜੀ ਫਿਲਿੰਗ ਦਾ ਗੈਪਸ। ਆਪਾਂ ਕੀ ਆ, ਬੱਚੇ ਦੇ ਅੰਦਰ ਜਿਹੜਾ ਗੈਪ ਹੋ ਜਾਂਦਾ ਲਰਨਿੰਗ ਦੇ ਸਮੇਂ, ਇਹ ਟੀਚਰ ਤੇ ਲਰਨਰ ਦੋਨਾਂ ਦੇ ਲਈ, ਸਟੂਡੈਂਟ ਦੇ ਲਈ, ਦੋਨਾਂ ਲਈ ਬੈਨੀਫਿਟ ਹੈ ਇਹ ਰਿਮੀਡੀਅਲ ਟੀਚਿੰਗ। ਟੀਚਰ ਨੂੰ ਇਹ ਪਤਾ ਲੱਗ ਜਾਂਦਾ ਵੀ ਮੈਂ ਕਿਹੜਾ ਮੈਥਡ ਯੂਜ਼ ਕਰਾਂ, ਕਿਹੜੀ ਸਟ੍ਰੈਟਜੀ ਯੂਜ਼ ਕਰਾਂ, ਤੇ ਬੱਚੇ ਦੇ ਅੰਦਰ ਜੋ ਗੈਪ ਆ ਆਪਾਂ ਨੂੰ ਪਤਾ ਲੱਗ ਜਾਂਦਾ, ਬੱਚੇ ਦੇ ਅੰਦਰ ਜੋ ਪ੍ਰੋਬਲਮ ਆ ਪਤਾ ਲੱਗ ਜਾਂਦੀ ਆ, ਉਸ ਨੂੰ ਰਿਮੂਵ ਕਿਵੇਂ ਕਰ ਸਕਦੇ ਆ, ਇਸ ਦੀ ਹੈਲਪ ਦੇ ਨਾਲ ਰਿਮੂਵ ਕਰਾਂਗੇ। ਹੁਣ ਦੇਖੋ, ਫਿਲਿੰਗ ਗੈਪ ਕਿਵੇਂ, ਹੁਣ ਬੱਚੇ ਨੂੰ ਜੋੜ ਦਾ ਸਵਾਲ ਆ ਗਿਆ, ਘਟਾਓ ਦਾ ਸਵਾਲ ਆ ਗਿਆ, ਗੁਣਾ ਦਾ ਸਵਾਲ ਆ ਗਿਆ। ਹੁਣ ਆਪਾਂ ਨੂੰ ਨਹੀਂ ਪਤਾ, ਬੱਚੇ ਨੂੰ ਭਾਗ ਨਹੀਂ ਆਉਂਦੀ, ਤਾਂ ਆਪਾਂ ਉਹਨੂੰ ਇੱਕ ਕੁਐਸਚਨ ਦੇਤਾ, ਤੇ ਜਦੋਂ ਉਹਨੂੰ ਕੁਐਸਚਨ ਦੇਤਾ ਤੇ ਕੁਐਸਚਨ ਦੇ ਵਿੱਚ ਜੋੜ ਵੀ ਲੱਗੇਗਾ, ਘਟਾਓ ਵੀ ਲੱਗੇਗੀ, ਤੇ ਨਾਲ ਨਾਲ ਉਹਦੀ ਗੁਣਾ ਵੀ ਲੱਗੇਗੀ, ਤੇ ਭਾਗ ਵੀ ਯੂਜ਼ ਹੋਏਗੀ। ਪਰ ਉਹਨੂੰ ਤਿੰਨ ਚੀਜ਼ਾਂ ਦਾ ਪਤਾ, ਜੋੜ, ਘਟਾਓ ਤੇ ਗੁਣਾ, ਪਰ ਉਹਨੂੰ ਭਾਗ ਦਾ ਨਹੀਂ ਪਤਾ। ਫਿਰ ਕੁਐਸਚਨ ਦੇ ਵਿੱਚ ਜਿਹੜਾ ਭਾਗ ਆਏਗੀ, ਤਾਂ ਫਿਰ ਇਹ ਕੀ ਹੈ, ਗੈਪ ਹੋ ਗਿਆ ਨਾ, ਵਿੱਚ ਗੈਪ ਆ ਗਿਆ ਬੱਚੇ ਦੇ, ਉਹਨੂੰ ਕੀ ਆ, ਭਾਗ ਨਹੀਂ ਆਉਂਦੀ, ਮਤਲਬ ਡਿਵੀਜ਼ਨ ਨਹੀਂ ਆਉਂਦੀ, ਪਰ ਉਹਨੂੰ ਗੁਣਾ ਤਾਂ ਆ ਰਹੀ ਹੈ, ਮਲਟੀਪਲ ਤਾਂ ਆ ਰਹੇ। ਇਸ ਕਰਕੇ ਇਹਦੇ ਵਿੱਚ ਗੈਪ ਹੈਗਾ, ਇਸ ਨੂੰ ਖਤਮ ਕੀਤਾ ਜਾ ਸਕਦਾ ਹੈ ਕਿਸ ਦੀ ਹੈਲਪ ਨਾਲ, ਰਿਮੀਡੀਅਲ ਟੀਚਿੰਗ ਦੇ ਨਾਲ। ਰਿਮੀਡੀਅਲ ਟੀਚਿੰਗ ਕੀ ਹੁੰਦੀ ਆ,
ਇੱਕ ਰੈਗੂਲਰ ਟੀਚਿੰਗ ਦੇ ਨਾਲ ਚੱਲਦਾ ਰਹਿੰਦਾ। ਥੋੜਾ ਜਿਹਾ ਫਰਕ ਹੈ ਰੈਗੂਲਰ ਟੀਚਿੰਗ ਦੇ ਨਾਲ, ਰੈਗੂਲਰ ਟੀਚਿੰਗ ਦੇ ਨਾਲ ਇਹ ਚੱਲਦਾ ਰਹਿੰਦਾ ਹੈ ਨਾਲ-ਨਾਲ, ਠੀਕ ਹੈ। ਇਹ ਵੀ ਕੀ ਹੈ, ਇੱਕ ਡਾਇਨਾਮਿਕ ਪ੍ਰੋਸੈਸ ਆ, ਹਮੇਸ਼ਾ ਚੱਲਣ ਵਾਲਾ ਪ੍ਰੋਸੈਸ ਹੈ ਜੀ। ਅੱਗੇ ਦੇਖੋ ਜੀ, ਇਸ ਦੀ ਹੈਲਪ ਨਾਲ ਆਪਾਂ ਰਿਮੂਵ ਕਰ ਸਕਦੇ ਹਾਂ ਐਂਡ ਰੈਕਟੀਫਾਈ, ਜਿਹੜੀ ਰੈਕਟੀਫਾਈ ਮਤਲਬ ਕਿ ਜੋ ਪ੍ਰੋਬਲਮ ਬੱਚੇ ਨੂੰ ਡਿਸਆਰਡਰ ਹੁੰਦੇ ਨੇ, ਡਿਸਟੋਰਟਡ ਹੁੰਦੇ ਨੇ, ਪ੍ਰੋਬਲਮ ਹੁੰਦੀ ਆ, ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਰਿਮੀਡੀਅਲ ਟੀਚਿੰਗ ਦੇ ਨਾਲ। ਅੱਗੇ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਇਹ ਕੰਟੀਨਿਊਸ ਪ੍ਰੋਸੈਸ ਆ, ਡਾਇਨਾਮਿਕ ਪ੍ਰੋਸੈਸ ਵੀ ਬੋਲਦੇ ਨੇ। ਉਸ ਤੋਂ ਬਾਅਦ ਡਿਵੈਲਪਮੈਂਟ ਪ੍ਰੋਸੈਸ ਵੀ ਬੋਲਦੇ ਨੇ, ਡਿਵੈਲਪਮੈਂਟਲ ਪ੍ਰੋਸੈਸ ਵੀ ਇਸਨੂੰ ਬੋਲਿਆ ਜਾਂਦਾ ਰਿਮੀਡੀਅਲ ਟੀਚਿੰਗ ਨੂੰ, ਕਿਉਂਕਿ ਬੱਚੇ ਦਾ ਦਿਨੋਂ ਦਿਨ ਕੀ ਹੁੰਦਾ ਰਹਿੰਦਾ, ਵਿਕਾਸ ਹੁੰਦਾ ਜਾਂਦਾ, ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਇਸ ਕਰਕੇ ਡਿਵੈਲਪਮੈਂਟ ਪ੍ਰੋਸੈਸ ਵੀ ਕਹਿੰਦੇ ਆ, ਗ੍ਰੈਜੂਏਸ਼ਨ ਪ੍ਰੋਸੈਸ ਵੀ ਕਹਿੰਦੇ ਆ, ਕਿਉਂਕਿ ਬੱਚੇ ਦਾ ਜਿਹੜਾ ਲੈਵਲ ਆ ਵੱਧਦਾ ਜਾਂਦਾ ਹੈ। ਜਿਵੇਂ ਪਹਿਲੀ ਕਲਾਸ ਦੇ ਵਿੱਚ ਉਹਨੇ ਘਟਾਓ ਭਾਗ ਗੁਣਾ ਸਿੱਖ ਲਈ, ਦੂਜੇ 'ਚ ਕੁਛ ਹੋਰ ਸਿੱਖੇਗਾ, ਤੀਜੇ 'ਚ ਸਵਾਲ ਕਰਨ ਲੱਗ ਜਾਏਗਾ, ਚੌਥੀ 'ਚ, ਪੰਜਵੀਂ ਤਾਂ ਹਾਈ ਲੈਵਲ ਵੱਧਦਾ ਜਾਣਾ ਕੰਮ, ਠੀਕ ਹੈ। ਇਹ ਚੀਜ਼ਾਂ ਗੀਆਂ, ਬੱਚੇ ਦਾ ਜਿਹੜਾ ਲੈਵਲ ਆ ਉਹ ਵੀ ਇਨਕਰੀਜ਼ ਹੁੰਦਾ ਜਾਏਗਾ। ਦੇਖੋ ਅੱਗੇ ਦੇਖੋ ਕਿ ਹੁਣ ਤੁਸੀਂ ਸਾਨੂੰ ਇਹ ਤਾਂ ਦੱਸਤਾ ਫਿਲ ਇਨ ਦਾ, ਜਿਹੜਾ ਫਿਲਿੰਗ ਕਰ ਦਿੰਦਾ ਗੈਪ ਨੂੰ ਭਰ ਦਿੰਦਾ ਹੈ, ਰਿਮੀਡੀਅਲ ਟੀਚਿੰਗ ਹੈਲਪ ਕਰਦੀ ਹੈ। ਪਰ ਹੁਣ ਦੇਖੋ ਜੀ, ਐਡਰੈਸਿੰਗ ਗੈਪ ਕੀ ਹੁੰਦਾ ਲਰਨਿੰਗ ਦੇ ਵਿੱਚ, ਕਹਿੰਦੇ ਜੀ ਐਡਰੈਸਿੰਗ ਕਿਸੇ ਚੀਜ਼ ਦੇ ਬਾਰੇ ਪੜ੍ਹਨਾ ਹੈ, ਲਿਖਣਾ ਹੈ, ਕਿਸੇ ਸਪੈਸੀਫਿਕ ਚੀਜ਼ ਬਾਰੇ, ਉਹਦੇ ਜਦੋਂ ਸਿੱਖਦੇ ਆ, ਪੜ੍ਹਦੇ ਆ, ਉਹਦੇ ਵਿੱਚ ਕੀ ਹੈ, ਇਹ ਪ੍ਰੋਵਾਈਡ ਕਰਦਾ, ਸਪੋਰਟ ਪ੍ਰੋਵਾਈਡ ਕਰਦਾ। ਜਿਵੇਂ ਆਪਾਂ ਸਕੈਪ ਫੋਲਡਿੰਗ ਪੜ੍ਹੀ ਹੈ ਨਾ, ਸਕੈਪ ਫੋਲਡਿੰਗ, ਤਾਂ ਸਕੈਪ ਫੋਲਡਿੰਗ ਕੀ ਹੈ, ਟੈਂਪਰੇਰੀ ਹੈਲਪ ਆ। ਇੱਥੇ ਵੀ ਕੀ ਹੈ, ਰਿਮੀਡੀਅਲ ਟੀਚਿੰਗ ਹੈ, ਕੀ ਆ ਇੱਥੇ, ਇਹ ਵੀ ਟੈਂਪਰੇਰੀ ਹੈਲਪ ਆ। ਇਹ ਵੀ ਕਹਿ ਸਕਦੇ ਟੈਂਪਰੇਰੀ ਹੈਲਪ, ਇੱਕ ਵਾਰੀ ਦੇਤੀ ਤਾਂ ਉਹ ਬੱਚਾ ਸਹੀ ਕਰੇਗਾ, ਤੇ ਫਿਰ ਅੱਗੇ ਫਿਰ ਕਰੇਗਾ, ਅੱਗੇ ਜੇ ਲੋੜ ਪਈ ਫਿਰ ਇਹਦੀ ਹੈਲਪ ਲਏਗਾ। ਪਰ ਸਕੈਪ ਫੋਲਡਿੰਗ ਦੀ ਲੋੜ ਬਾਅਦ ਦੇ ਵਿੱਚ ਨਹੀਂ ਪੈਂਦੀ, ਇੱਥੇ ਕੀ ਆ, ਲੋੜ ਪੈ ਰਹੀ ਹੈ, ਠੀਕ ਹੈ ਜੀ। ਇਹ ਸਕੈਪ ਫੋਲਡਿੰਗ ਦੇ ਨਾਲ ਆ, ਬੱਚੇ ਦੇ ਜਿਹੜਾ ਟਾਈਮ ਟੂ ਟਾਈਮ ਉਹਦੇ ਨਾਲ ਕੀ ਆ, ਬੱਚਾ ਸਿੱਖ ਸਕੇ। ਉਸ ਤੋਂ ਬਾਅਦ ਦੇਖੋ ਜੀ, ਕਹਿੰਦੇ ਜੀ ਰਿਮੂਵਿੰਗ, ਇੱਥੇ ਕੀ ਆ, ਬੱਚੇ ਦੇ ਰਿਮੂਵ ਕਰ ਰਹੇ ਆ, ਕੀ ਰਿਮੂਵ ਕਰਦੇ ਪਏ ਆ, ਡੈਫੀਸੈਂਸੀ ਜੋ ਬੱਚੇ ਦੇ ਆਉਂਦੀਆਂ, ਡੈਫੀਸੈਂਸੀ ਪੜ੍ਹਦੇ ਸਮੇਂ ਐਂਡ ਸਕਿੱਲ ਦੇ ਵਿੱਚ ਕੋਈ ਵੀ ਆਉਂਦੀ ਆ, ਨੌਲੇਜ ਦੇ ਵਿੱਚ, ਉਹ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਕਿਸ ਦੀ ਹੈਲਪ ਨਾਲ, ਰਿਮੀਡੀਅਲ ਟੀਚਿੰਗ ਦੇ ਨਾਲ। ਵਿਦਾਊਟ ਰਿਮੀਡੀਅਲ ਟੀਚਿੰਗ ਬੱਚੇ ਦਾ ਜਿਹੜਾ ਰਿਜ਼ਲਟ ਆ ਉਹ ਜ਼ੀਰੋ ਵੀ ਆ ਸਕਦਾ ਹੈ। ਅਗਰ ਰਿਜ਼ਲਟ ਨੂੰ ਇੰਪਰੂਵ ਕਰਨਾ ਕਿਸ ਦੀ ਹੈਲਪ ਨਾਲ ਕਰਾਂਗੇ, ਰਿਮੀਡੀਅਲ ਟੀਚਿੰਗ। ਹੁਣ ਇਹ ਰਿਮੀਡੀਅਲ ਟੀਚਿੰਗ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਸਰ ਵੀ ਇਹ ਸਾਨੂੰ ਦੂਰ ਕਰ ਦਿੰਦਾ, ਪਰ ਕਰਦਾ ਕਿਵੇਂ ਆ, ਕੀ ਕੀ ਕਾਰਨ ਆ, ਕੀ ਕੀ ਪ੍ਰੋਸੈਸ ਰਹਿਣਗੇ, ਅਸਲ ਓਬਜੈਕਟਿਵ ਕੀ ਹੈ ਇਹਦਾ, ਮੁੱਖ ਤੌਰ ਤੇ ਤਾਂ ਇਹੀ ਹੈ, ਉਹ ਸਾਰਾ ਹੁਣ ਡਿਸਕਸ ਕਰਾਂਗੇ। ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਇਦਾਂ ਦਾ ਦੂਰ ਕੀਤਾ ਜਾ ਸਕਦਾ ਹੈ, ਇਦਾਂ ਦਾ, ਠੀਕ ਆ। ਇਹਦਾ ਕਨਸੈਪਟ ਤੁਹਾਨੂੰ ਸਮਝ ਲੱਗ ਗਿਆ। ਹੁਣ ਜਿਹੜਾ ਮੋਸਟ ਇੰਪੋਰਟੈਂਟ ਆ ਉਸ ਦੇ ਵੱਲ ਚੱਲਦੇ ਆ। ਕਹਿੰਦੇ ਜੀ ਕਿਹਦੇ ਲਈ ਜ਼ਰੂਰੀ ਹੈ ਰਿਮੀਡੀਅਲ ਟੀਚਿੰਗ, ਮੁੱਖ ਤੌਰ ਤੇ ਰਿਮੀਡੀਅਲ ਟੀਚਿੰਗ ਹੈ ਜਿਹੜੀ ਉਪਚਾਰਾਤਮਕ ਸਿੱਖਿਆ ਹੈ, ਇਹ ਸਭ ਨੂੰ ਦਿੱਤੀ ਜਾਂਦੀ ਆ, ਪਰ ਮੇਨ ਫੋਕਸ ਕਿਸ ਤੇ ਕੀਤਾ ਜਾਂਦਾ, ਬੈਕਵਰਡ ਲਰਨਰ ਹੁੰਦੇ ਨੇ ਜਿਹੜੇ ਕਿ ਕਹਿ ਸਕਦੇ ਹੋ ਬਿਲਕੁਲ ਪਿਛੋਕੜ ਤੇ ਆ, ਉਹਨਾਂ ਦਾ ਜਿਹੜਾ ਮਾਈਂਡ ਸੈਟਅਪ ਆ ਬਹੁਤ ਲੋ ਹੁੰਦਾ ਨਾ, ਤੇ ਉਹ ਨਹੀਂ ਸਮਝ ਸਕਦੇ ਉਹ ਚੀਜ਼ਾਂ ਨੂੰ, ਉਹਨਾਂ ਵਾਸਤੇ ਉਹਨਾਂ ਨੂੰ ਸਪੈਸ਼ਲ ਟੀਚਿੰਗ ਹੀ ਕਹਿ ਸਕਦੇ ਆ ਇਸ ਨੂੰ। ਹਾਂਜੀ, ਸਲੋ ਰਨਰ ਜਿਹੜੇ ਘੱਟ ਸਿੱਖਣਗੇ ਤਾਂ ਜ਼ਰੂਰ, ਪਰ ਉਹ ਬਹੁਤ ਦੇਰੀ ਦੇ ਨਾਲ ਸਿੱਖਣਗੇ, ਦੇਰ ਲਾ ਕੇ ਨਾ, ਲੇਟ ਸਿੱਖਣਗੇ ਜ਼ਰੂਰ, ਲੇਟ ਸਿੱਖਣਗੇ। ਹਾਂਜੀ, ਜਿਹੜਾ ਅਮਾਊਂਟ ਵੀ ਸੇਮ ਸਿੱਖਣਗੇ, ਪਰ ਸਿੱਖਣਗੇ ਜੋ ਬੱਚੇ ਦੀ ਸਪੀਡ ਦੇ ਵਿੱਚ ਫਰਕ ਹੋ ਸਕਦਾ ਨਾ, ਬਹੁਤ ਜਲਦੀ ਸਿੱਖ ਲੈਂਦੇ, ਲੇਟ ਸਿੱਖਦੇ ਨੇ, ਜਿਹੜੇ ਲੇਟ ਸਿੱਖਦੇ ਨੇ ਉਹਨਾਂ ਨੂੰ ਦੂਰੀ ਵਾਰ ਸਮਝਾਉਣ ਦੀ ਲੋੜ ਪੈਂਦੀ ਹੈ, ਬਿਲਕੁਲ। ਲੈਗ ਬਿਹਾਈਂਡ ਫॉर ਦਾ ਅਦਰ ਇਨ ਕਲਾਸ, ਹਾਂਜੀ, ਜਿਵੇਂ ਆਪਾਂ ਕਲਾਸਰੂਮ ਦੀ ਗੱਲ ਕਰੀਏ, ਕਲਾਸਰੂਮ ਦੇ ਵਿੱਚ ਬੱਚੇ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਵਿੱਚ ਫਰਕ ਹੁੰਦਾ। ਬਹੁਤ ਸਾਰੇ ਬਹੁਤ ਤੇਜ਼ ਬੱਚੇ ਹੁੰਦੇ ਨੇ ਹਨਾ, ਤਾਂ ਉਹ ਸਿੱਖ ਲੈਂਦੇ ਨੇ, ਜਿਹੜੇ ਵਿਚਾਰੇ ਪਿਛਲੇ ਬੈਂਚਾਂ ਤੇ ਬੈਠੇ ਹੁੰਦੇ ਉਹਨਾਂ ਨੂੰ ਦਿਖਾਈ ਵੀ ਨਹੀਂ ਦਿੰਦਾ ਹੁੰਦਾ, ਬਹੁਤ ਸਾਰੀਆਂ ਉਹਨਾਂ ਦੇ ਅੰਦਰ ਕਮੀਆਂ ਹੋਣਗੀਆਂ, ਕਮੀਆਂ ਤੋਂ ਪਤਾ ਲੱਗ ਜੂਗਾ ਨਾ ਵੀ ਬੱਚੇ ਨੂੰ ਲਿਖਣ ਦੇ ਵਿੱਚ ਕਮੀ ਆ, ਬੋਲਣ ਦੇ ਵਿੱਚ, ਦੇਖਣ ਦੇ ਵਿੱਚ, ਸਮਝਣ ਦੇ ਵਿੱਚ ਕਮੀ ਆ, ਤਾਂ ਅਗਰ ਕਮੀ ਪਤਾ ਲੱਗ ਗਈ ਤਾਂ ਕਢਾ ਸਕਦੇ ਆ ਬਿਲਕੁਲ। ਜਿਹੜੇ ਪਿੱਛੇ ਬੈਠੇ ਨੇ ਉਹਨਾਂ 'ਚ ਕਮੀਆਂ ਨਹੀਂ ਪਤਾ ਲੱਗ ਰਹੀ, ਕਮੀਆਂ ਲੱਭਣਾ ਟੀਚਰ ਦਾ ਕੰਮ ਹੈ, ਸੁਧਾਰਨਾ ਟੀਚਰ ਦਾ ਕੰਮ ਹੈ। ਗਲਤੀਆਂ ਕਰੇਗਾ ਬੱਚਾ, ਗਲਤੀਆਂ ਦਾ ਪੁਤਲਾ ਹੈ ਮਨੁੱਖ, ਤੇ ਉਸੇ ਤਰ੍ਹਾਂ ਹੀ ਬੱਚਾ ਵੀ ਜਦੋਂ ਕੁਝ ਸਿੱਖਣ ਜਾਏਗਾ ਸਕੂਲ ਦੇ ਵਿੱਚ, ਉਹ ਵੀ ਗਲਤੀਆਂ ਦਾ ਪੁਤਲਾ ਹੀ ਆ, ਉਹ ਇੱਕ ਨਹੀਂ 100 ਗਲਤੀਆਂ ਕਰੇਗਾ। ਇਹ ਕੰਮ ਕਿਹਦਾ ਹੁੰਦਾ, ਅਧਿਆਪਕ ਦਾ ਕੰਮ ਹੁੰਦਾ। ਆਪਾਂ ਕੱਲ ਨੂੰ ਅਧਿਆਪਕ ਲੱਗਣ ਵਾਲੇ ਹਾਂ, ਤੇ ਜਾ ਕੇ ਆਪਾਂ ਸਕੂਲ ਦੇ ਵਿੱਚ ਕਿਸੇ ਨੂੰ ਨਾ ਆਇਡੈਂਟੀਫਾਈ ਕਰ ਸਕੀਏ ਵੀ ਇਹਨੂੰ ਸਪੈਸ਼ਲ ਰਿਮੀਡੀਅਲ ਟੀਚਿੰਗ ਦੀ ਲੋੜ ਹੈ, ਫਿਰ ਕੋਈ ਫਾਇਦਾ ਨਹੀਂ ਆਪਣਾ ਟੀਚਰ ਲੱਗੇ ਦਾ। ਆਪਾਂ ਉਹਨੂੰ ਰਿਮੀਡੀਅਲ ਟੀਚਿੰਗ ਪ੍ਰੋਵਾਈਡ ਕਰਾਂਗੇ, ਬੱਚੇ ਦਾ ਵਿਕਾਸ ਹੋਵੇ, ਬੱਚਾ ਪੜ੍ਹ ਲਿਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੌਬ ਲੱਗ ਜੇ। ਇਹ ਨਹੀਂ ਕਹਿ ਸਕਦੇ ਜਿਹੜਾ ਬੱਚਾ ਸਲੋ ਹੁੰਦਾ ਨਾ, ਸਲੋ ਲਰਨਰ ਹੁੰਦਾ, ਉਹ ਕਦੇ ਜੌਬ ਨਹੀਂ ਲੱਗਦਾ, ਇਹ ਫਾਰਮੂਲਾ ਪਹਿਲਾਂ ਵਰਤਿਆ ਜਾਂਦਾ, ਹੁਣ ਨਹੀਂ। ਅੱਜ ਕੱਲ੍ਹ ਦਾ ਸਲੋ ਲਰਨਰ ਜਿਹੜੇ ਹੁੰਦੇ ਨੇ ਉਹ ਜਲਦੀ ਜੌਬ ਤੇ ਲੱਗ ਜਾਂਦੇ ਨੇ, ਛੋਟੀ ਮੋਟੀ ਜੌਬ ਤੇ ਲੱਗ ਜਾਂਦੇ ਨੇ, ਜਿਹੜੇ ਕਹਿੰਦੇ ਹੁਸ਼ਿਆਰ ਜਿਹਾ ਅਸੀਂ ਤਾਂ ਵੱਡੀ ਜੌਬ ਲਵਾਂਗੇ, ਉਹ ਹਮੇਸ਼ਾ ਬੇਰੁਜ਼ਗਾਰ ਹੀ ਚਲੇ ਜਾਂਦੇ ਨੇ ਹਨਾ। ਤਾਂ ਦੇਖ ਲਓ ਅੱਗੇ, ਦੇਖੋ ਜੀ ਅੰਡਰ ਅਚੀਵਰ ਕਿਹੜੇ ਹੁੰਦੇ ਨੇ, ਜਿਹੜੀ ਅਚੀਵਮੈਂਟ ਆ ਬਹੁਤ ਲੋ ਹੁੰਦੀ ਆ, ਲੋ ਦਾ ਕਾਰਨ ਕੀ ਆ, ਉਹ ਪਤਾ ਕਰਨਾ ਟੀਚਰ ਦਾ ਕੰਮ ਹੈ। ਇਹਨਾਂ ਲਈ ਵਰਤੀਆਂ ਨੇ, ਪਤਾ ਕਿਵੇਂ ਕਰੇਗਾ, ਪਹਿਲਾਂ ਫੈਮਿਲੀ ਪ੍ਰੋਬਲਮ ਨਾ ਕੋਈ ਹੋਵੇ, ਉਹਦੇ ਵਿੱਚ ਕੋਈ ਹੈਲਥ ਇਸ਼ੂ ਨਾ ਹੋਣ, ਤਾਂ ਨਾ ਸਿੱਖਦੇ। ਅਚੀਵਮੈਂਟ ਆ ਜਿਹੜੀ ਉਹਦੀ ਕਿਉਂ ਘੱਟ ਹੋ ਰਹੀ ਹੈ, ਇਹੀ ਮੇਨ ਕਾਰਨ ਆ ਵੀ ਉਹਦੀ ਹੈਲਥ ਵਧੀਆ ਹੋਵੇ, ਫੈਮਿਲੀ ਦੀ ਕੋਈ ਪ੍ਰੋਬਲਮ ਨਾ ਹੋਵੇ, ਪੜ੍ਹਨ ਲਿਖਣ ਦੇ ਵਿੱਚ ਉਹਦੇ ਕੋਲ ਬੁੱਕਸ ਪ੍ਰੋਵਾਈਡ ਹੋਣ, ਉਹ ਅਗਰ ਉਹਨੂੰ ਪਤਾ ਲੱਗ ਗਿਆ ਨਾ ਕਮੀਆਂ,
ਟੀਚਰ ਨੂੰ ਪਤਾ ਲੱਗਦਾ ਅਚੀਵਮੈਂਟ ਇਹਦੇ ਕੋਲੇ ਬੁੱਕਸ ਹੈ ਨਹੀਂ ਗੀਆਂ, ਤਾਂ ਟੀਚਰ ਕੀ ਆ ਉਹਨੂੰ ਬੁੱਕਸ ਪ੍ਰੋਵਾਈਡ ਕਰ ਦੂਗਾ ਬੱਚੇ ਨੂੰ ਕਿ ਬੱਚਾ ਉਹ ਕਿਤਾਬਾਂ ਪੜ੍ਹ ਸਕਦਾ ਹੈ। ਕੋਈ ਲਿਖਣ ਦੇ ਵਿੱਚ ਕੋਈ ਕਮੀ ਆ ਬੱਚਾ ਉਹਨੂੰ ਬੱਚੇ ਨੂੰ ਉਹ ਸਮਝਾਵੇਗਾ ਅਧਿਆਪਕ, ਇਹੀ ਕੰਮ ਆ ਸਪੈਸ਼ਲ ਟੀਚਿੰਗ ਨੂੰ ਕਿਹਾ ਜਾਂਦਾ ਹੈ। ਰਿਮੀਡੀਅਲ ਟੀਚਿੰਗ ਹੈ, ਸਪੈਸ਼ਲ ਟੀਚਿੰਗ ਤੁਸੀਂ ਕਹਿ ਸਕਦੇ ਹੋ। ਬਟ ਹੁਣ ਬਹੁਤ ਸਾਰੇ ਸਟੂਡੈਂਟ ਕਹਿਣਗੇ ਸਰ ਗਿਫਟਡ ਸਟੂਡੈਂਟ ਇਹਦੇ ਵਿੱਚ ਮੈਂਸ਼ਨ ਕੀਤੇ ਜਾਣਗੇ, ਤਾਂ ਮੈਂ ਕਹੂੰਗਾ ਨਹੀਂ। ਜਿਹੜੇ ਗਿਫਟਡ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਰਿਮੀਡੀਅਲ ਟੀਚਿੰਗ ਦੀ ਲੋੜ ਨਹੀਂ ਹੈ, ਉਹਨੂੰ ਸਪੈਸ਼ਲ ਆਪਾਂ ਕਹਿ ਸਕਦੇ ਕਿਸੇ ਸਪੈਸੀਫਿਕ ਫੀਲਡ ਦੇ ਵਿੱਚ ਲੋੜ ਹੈ। ਪਰ ਇਹ ਨਹੀਂ ਕਹਿ ਸਕਦੇ ਕਲਾਸਰੂਮ ਦੇ ਪੜ੍ਹਾਉਂਦੇ ਉਹਨਾਂ ਨੂੰ ਅਲੱਗ ਪੜ੍ਹਾਵਾਂਗੇ, ਨਹੀਂ ਸੇਮ ਪੜ੍ਹਾਵਾਂਗੇ, ਸੇਮ ਅਮਾਊਂਟ ਪੜ੍ਹਾਵਾਂਗੇ, ਪਰ ਉਹਨੂੰ ਅਲੱਗ ਤੋਂ ਜਿਹੜੇ ਸਪਰੇਟ ਕੰਮ ਦਿੱਤਾ ਜਾ ਸਕਦਾ ਹੈ ਘਰ ਦੇ ਲਈ ਵੀ ਤੁਸੀਂ ਆਹ ਕਰਕੇ ਆ ਸਕਦੇ ਹੋ, ਜਿਹੜੇ ਕਿ ਗਿਫਟਡ ਸਟੂਡੈਂਟ ਹੁੰਦੇ ਨੇ। ਗਿਫਟਡ ਕੌਣ ਹੁੰਦੇ ਨੇ? ਜਿਨ੍ਹਾਂ ਕੋਲ ਐਬਿਲਿਟੀ ਜਾਂ ਉਹਨਾਂ ਦੇ ਅੰਦਰ ਕੋਈ ਹੋਰ ਕੈਪੈਸਿਟੀ ਜਾਂ ਐਬਿਲਿਟੀਜ਼ ਪਾਈਆਂ ਜਾਂਦੀਆਂ ਨੇ ਕਿਸੇ ਕੰਮ ਕਰਨ ਦੇ ਲਈ, ਹਨਾ, ਵਰਕ ਦੇ ਲਈ, ਤਾਂ ਉਹਦੀ ਜਿਹੜੀ ਐਫੀਸ਼ੀਐਂਸੀ ਰਹਿੰਦੀ ਹੈ ਜਾਂ ਫਿਰ ਇਫੈਕਟਿਵਨੈਸ ਦੇ ਨਾਲ ਉਹ ਕੀ ਕਰ ਸਕਦਾ, ਕੰਪਲੀਟ ਕੰਮ ਕਰ ਸਕਦਾ ਹੈ, ਉਹਨਾਂ ਨੂੰ ਹੀ ਗਿਫਟਡ ਕਿਹਾ ਜਾਂਦਾ ਹੈ। ਠੀਕ ਹੈ, ਇੰਨੀ ਗੱਲ ਆ, ਇਸ ਤੋਂ ਜ਼ਿਆਦਾ ਕੋਈ ਸਮਝਣ ਦੀ ਲੋੜ ਨਹੀਂ। ਮੈਂ ਉਹੀ ਕਰਵਾ ਰਿਹਾ ਜਿਹੜੇ ਪੇਪਰ ਦੇ ਵਿੱਚ ਆਏਗਾ। ਪੇਪਰ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਆਪਾਂ ਇਹਦਾ ਮਟੀਰੀਅਲ ਪੜ੍ਹੀ ਜਾਈਏ, ਕੋਈ ਫਾਇਦਾ ਨਾ ਹੋਵੇ। ਅੱਗੇ ਦੇਖੋ ਜੀ, ਹੁਣ ਇਹ ਤਾਂ ਪਤਾ ਲੱਗ ਗਿਆ ਆਪਾਂ ਨੂੰ ਕਿਸ ਕਿਸ ਦੇ ਲਈ ਆ ਕਿ ਰਿਮੀਡੀਅਲ ਟੀਚਿੰਗ ਦਾ ਮਤਲਬ ਕੀ ਹੈ। ਹੁਣ ਆਬਜੈਕਟਿਵ ਕੀ ਆ, ਹੁਣ ਇਹ ਪਤਾ ਹੋਣਾ ਚਾਹੀਦਾ ਨਾ ਆਬਜੈਕਟਿਵ ਕੀ ਆ, ਇਹਦਾ ਉਦੇਸ਼ ਕੀ ਆ, ਆਪਾਂ ਰਿਮੀਡੀਅਲ ਟੀਚਿੰਗ ਕਿਉਂ ਸਕੂਲਾਂ ਦੇ ਵਿੱਚ ਅਪਲਾਈ ਕੀਤੀ ਹੋਈ ਹੈ। ਮੁੱਖ ਤੌਰ ਤੇ ਆ ਕਹਿੰਦੇ ਜੀ ਐਲੀਮੀਨੇਟਿੰਗ, ਇਹ ਕੀ ਆ, ਅਲੱਗ ਕਰ ਦਿੰਦੀ ਆ ਅਨਅਫੈਕਟਿਵ ਹੈਬਿਟ ਨੂੰ। ਜਿਹੜੇ ਬੱਚੇ ਦੇ ਅੰਦਰ ਅਫੈਕਟਿਵ ਹੈਬਿਟ ਹੁੰਦੀ ਹੈ, ਚਾਹੇ ਉਹ ਟੀਚਰ ਹੋਵੇ ਚਾਹੇ ਉਹ ਸਟੂਡੈਂਟ ਹੋਵੇ, ਉਹਨੂੰ ਦੂਰ ਕੀਤਾ ਜਾ ਸਕਦਾ ਹੈ ਰਿਮੀਡੀਅਲ ਟੀਚਿੰਗ ਦੇ ਨਾਲ। ਉਹ ਤਾਂ ਰੀਟੀਚ ਕੀਤਾ ਜਾ ਸਕਦਾ ਹੈ। ਰੀਟੀਚ ਮਤਲਬ ਕਿ ਦੂਸਰੀ ਵਾਰ ਫਿਰ ਜਿਹੜੀ ਕਮੀ ਰਹਿ ਗਈ ਬੱਚੇ ਦੇ ਅੰਦਰ ਉਹਨੂੰ ਸੁਧਾਰੀ ਜਾ ਸਕਦੀ ਹੈ। ਟੀਚਰ ਦੇ ਅੰਦਰ ਪੜ੍ਹਾਉਣ ਦੇ ਵਿੱਚ ਕਮੀ ਰਹੇਗੀ, ਉਹਨੂੰ ਫਿਰ ਤੋਂ ਪੜ੍ਹਾਇਆ ਜਾ ਸਕੇ। ਬਿਲਕੁਲ ਹੈ ਜੀ। ਇਨਕਰੈਕਟਲੀ ਜਿਹੜੇ ਬੱਚੇ ਨਹੀਂ ਸਿੱਖਦੇ ਉਹਨਾਂ ਦੇ ਲਈ ਹੈਲਪ ਕਰ ਸਕਦੀ ਹੈ। ਇੱਥੇ ਆਬਜੈਕਟਿਵ ਹੀ ਆ ਕਿ ਜੋ ਗੰਦੀਆਂ ਆਦਤਾਂ ਐਲੀਮੀਨੇਟ ਮਤਲਬ ਕਿ ਬਾਹਰ ਕੱਢੀਆਂ ਜਾਣ, ਚੰਗੀਆਂ ਆਦਤਾਂ ਬੱਚੇ ਨੂੰ ਦਿੱਤੀਆਂ ਜਾਣ ਕਿ ਬੱਚਾ ਪੜ੍ਹ ਲਿਖ ਲਏ, ਜੋ ਸਕਿੱਲ ਦੇ ਉੱਤੇ ਪੂਰੀ ਕਮਾਂਡ ਕਰ ਸਕੇ। ਠੀਕ ਹੈ ਜੀ, ਅੱਗੇ ਦੇਖੋ ਰੈਮੀਡੀਏਸ਼ਨ ਆਫ ਡਿਫੈਕਟਸ। ਹੁਣ ਕੀ ਆ, ਇਹਦਾ ਉਪਚਾਰ ਕਰਦੇ ਆ ਜਿਹੜੇ ਬੱਚੇ ਦੇ ਅੰਦਰ ਡਿਫੈਕਟਸ ਪਾਏ ਗਏ ਨੇ, ਉਹ ਡਿਫੈਕਟਸ ਨੂੰ ਦੂਰ ਕੀਤਾ ਜਾਏ। ਐਨਹਾਂਸ ਪਾਰਟੀਕੂਲਰ ਸਕਿੱਲ। ਹੁਣ ਆਪਾਂ ਨੂੰ ਇਹ ਡਿਫੈਕਟ ਪਤਾ ਲੱਗ ਗਿਆ, ਬੱਚੇ ਦੇ ਅੰਦਰ ਪ੍ਰੋਪਰ ਡਿਫੈਕਟ ਪਤਾ ਲੱਗ ਗਿਆ, ਇਹ ਤਾਂ ਪਤਾ ਲੱਗ ਗਿਆ ਪੜ੍ਹਦਾ ਨਹੀਂ ਉਹ, ਪਰ ਪੜ੍ਹਦਾ ਕਿਉਂ ਨਹੀਂ? ਸਪੈਸੀਫਿਕ, ਹਾਂਜੀ ਸਪੈਸੀਫਿਕ ਕਾਰਨ ਪਤਾ ਲੱਗ ਗਿਆ ਆਪਾਂ ਨੂੰ। ਠੀਕ ਹੈ, ਕਾਰਨ ਪਤਾ ਲੱਗ ਗਿਆ ਵੀ ਇਹਦੇ ਵਿੱਚ ਜਿਹੜੀ ਸਪੀਕਿੰਗ ਸਕਿੱਲ ਵੀਕ ਆ, ਹੈ ਜੀ, ਸਪੀਕਿੰਗ ਸਕਿੱਲ ਵੀਕ ਆ, ਉਸ ਨੂੰ ਇੰਪਰੂਵ ਕੀਤਾ ਜਾ ਸਕਦਾ, ਉਹਨੂੰ ਪਾਰਟੀਸਪੇਟ ਕਰਵਾਇਆ ਜਾਏਗਾ, ਉਹਨੂੰ ਹੈਂਸ ਕੀਤਾ ਜਾਏਗਾ ਪਾਰਟੀਕੂਲਰ ਸਕਿੱਲ ਦੇ ਉੱਪਰ, ਚਾਹੇ ਰਾਈਟਿੰਗ ਆ ਚਾਹੇ ਕੁਝ ਵੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਰੈਕਟੀਫਾਈ ਦਾ ਪ੍ਰੋਬਲਮ। ਇੱਥੇ ਕੀ ਬੱਚਿਆਂ ਦੀ ਜਿਹੜੀ ਪ੍ਰੋਬਲਮ ਰਹਿੰਦੀ ਆ ਉਹ ਟੀਚਰ ਤੇ ਉਹਦੇ ਮਾਪੇ ਦੂਰ ਕਰਨਗੇ। ਰਿਮੀਡੀਅਲ ਟੀਚਿੰਗ ਦੇ ਵਿੱਚ ਮੁੱਖ ਤੌਰ ਤੇ ਜਿਹੜਾ ਰੋਲ ਲੈਂਦਾ ਉਹ ਟੀਚਰ ਦਿੰਦਾ, ਪਰ ਮਾਪੇ ਵੀ ਆਪਣੇ ਪੇਰੈਂਟਸ ਵੀ ਇਸ ਦਾ ਰੋਲ ਅਦਾ ਕਰਨਗੇ। ਕਿਵੇਂ? ਅਗਰ ਉਹ ਸਕੂਲ ਤੋਂ ਘਰੇ ਗਿਆ ਹੈ, ਉਹਨੂੰ ਕੰਮ ਦਿੱਤਾ ਹੈ, ਐਕਸਟਰਾ ਵਰਕ ਦਿੱਤਾ ਹੈ, ਉਹਨੂੰ ਕਹੇ ਭਾਈ ਤੂੰ ਘਰ ਜਾ ਕੇ ਕੰਮ ਕਰ। ਠੀਕ ਹੈ, ਇਹ ਸਭ ਤੋਂ ਵੱਡਾ। ਲਰਨਿੰਗ ਗੈਪਸ, ਜਿਹੜੀ ਐਡਰੈਸਿੰਗ ਗੈਪ ਤੁਹਾਨੂੰ ਪਹਿਲੇ ਦੱਸਤਾ ਵੀ ਇਹ ਕੀ ਹੁੰਦੇ ਨੇ। ਠੀਕ ਹੈ ਜੀ, ਅੱਗੇ ਦੇਖੋ ਜੀ ਫੰਕਸ਼ਨਲ ਆਫ ਰਿਮੀਡੀਅਲ ਟੀਚਿੰਗ। ਹੁਣ ਫੰਕਸ਼ਨ ਕੀ ਰਹਿੰਦੇ ਨੇ? ਹੁਣ ਤੁਸੀਂ ਕਹੋਗੇ ਸਰ ਇਹ ਚੀਜ਼ਾਂ ਸਾਨੂੰ ਪਤਾ ਲੱਗ ਗਿਆ, ਹੁਣ ਫੰਕਸ਼ਨ ਵੀ ਪੁੱਛੇ ਜਾਂਦੇ ਨੇ। ਫੰਕਸ਼ਨਲ ਆਫ ਰਿਮੀਡੀਅਲ ਟੀਚਿੰਗ ਆਪਸ਼ਨ ਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲੇਗਾ, ਪਰ ਇਹਨਾਂ ਵਿੱਚੋਂ ਜੇ ਤੁਹਾਨੂੰ ਇੱਕ ਮਿਲ ਗਿਆ ਤੁਸੀਂ ਉਹਦਾ ਟਿਕ ਲਗਾ ਦਿਓ। ਠੀਕ ਹੈ ਜੀ, ਰੀਕੰਡੀਸ਼ਨ। ਇੱਥੇ ਕੀ ਹੈ, ਬੱਚੇ ਨੂੰ ਰੀਕੰਡੀਸ਼ਨ ਕਰ ਦਿੰਦੇ ਆ ਹੈਬਿਟ, ਜਿਹੜੀਆਂ ਹੈਬਿਟ ਕਮਜ਼ੋਰੀਆਂ ਹੁੰਦੀਆਂ, ਕਮੀਆਂ ਹੁੰਦੀਆਂ, ਉਹਨਾਂ ਨੂੰ ਦੂਰ ਕਰਕੇ ਨਵੀਆਂ ਹੈਬਿਟਾਂ ਪਾ ਦਿੰਦੇ ਨੇ। ਜੋ ਸਕਿੱਲ ਦੇ ਵਿੱਚ ਕਮੀਆਂ ਹੁੰਦੀਆਂ ਉਹਨਾਂ ਨੂੰ ਸਕਿੱਲ ਨੂੰ ਸੁਧਾਰ ਕੇ ਨਵੀਆਂ ਸਕਿੱਲ ਉਹਦੇ ਅੰਦਰ ਇੰਪਰੂਵ ਕੀਤੇ ਜਾਂਦੀਆਂ, ਰੀਕੰਡੀਸ਼ਨ ਕਰਦੇ ਆ। ਮਤਲਬ ਕਿ ਦੂਸਰੀ ਵਾਰ ਫਿਰ ਉਹਨਾਂ ਦੇ ਦਿਮਾਗ ਵਿੱਚ ਗੱਲ ਬਿਠਾਤੀ। ਸਭ ਤੋਂ ਪਹਿਲਾਂ ਫੰਕਸ਼ਨ। ਉਸ ਤੋਂ ਬਾਅਦ ਕਰੈਕਟ ਐਰਰ। ਹੁਣ ਜਿਹੜੇ ਜੀ ਕੀ ਬੱਚੇ ਦੇ ਅੰਦਰ ਜੋ ਕਮੀਆਂ ਨੇ, ਐਰਰ ਆ ਰਹੇ ਨੇ, ਉਹਨਾਂ ਨੂੰ ਸਹੀ ਕੀਤਾ ਜਾਵੇ। ਇਹੀ ਫੰਕਸ਼ਨ ਆ ਨਾ ਵੀ ਉਹ ਜੋ ਕਮੀਆਂ ਬੱਚੇ ਦੇ ਅੰਦਰ ਉਹਨੂੰ ਦੂਰ ਕੀਤਾ ਜਾਵੇ ਤੇ ਉਹਨੂੰ ਕਰੈਕਟ ਕੀਤਾ ਜਾਵੇ। ਜੋ ਕਮੀਆਂ ਬੱਚੇ ਦੇ ਅੰਦਰ ਦੂਰ ਕਰਾਂਗੇ ਉਹਨਾਂ ਨੂੰ ਸਹੀ ਕਰਾਂਗੇ, ਇਹੀ ਤਾਂ ਕਹਿੰਦਾ ਜੀ। ਉਸ ਤੋਂ ਬਾਅਦ ਕਹਿੰਦੇ ਜੀ ਇੰਪਰੂਵ ਪਰਸਨੈਲਿਟੀ ਟ੍ਰੇਟਸ। ਹਾਂਜੀ, ਪਰਸਨੈਲਿਟੀ ਟ੍ਰੇਟਸ ਆ ਉਹਨਾਂ ਨੂੰ ਇੰਪਰੂਵ ਕੀਤਾ ਜਾਵੇ। ਅੱਗੇ ਦੇਖੋ ਫੋਰਥ ਹੈ ਰੀਸੋਲਵ ਕੰਫਲਿਕਟ। ਬੱਚੇ ਨੇ ਜਿਹੜਾ ਕੰਫਲਿਕਟ ਪੈਦਾ ਹੋ ਗਿਆ, ਬੱਚੇ ਨੇ ਇੱਕ ਚੈਪਟਰ ਕਰਨਾ। ਹਾਂਜੀ, ਬੱਚੇ ਦਾ ਇੱਕ ਚੈਪਟਰ ਆ, ਕੋਈ ਵੀ ਚੈਪਟਰ ਮੰਨ ਲਓ, ਉਹਨੂੰ ਆਪਾਂ ਪੜ੍ਹਾਉਂਦੇ ਹਾਂ ਮਾਊਂਟੇਨ ਦੇ ਬਾਰੇ। ਠੀਕ ਹੈ ਜੀ, ਮਾਊਂਟੇਨ ਦੇ ਬਾਰੇ। ਮਾਊਂਟੇਨ ਕਾਫੀ ਟਾਈਪ ਦੀਆਂ, ਮੰਨ ਲਓ ਉਹਨੂੰ ਹਿਮਾਲਿਆ ਦਾ ਪੜ੍ਹਾਉਣ ਲੱਗ ਗਿਆ ਆਪਾਂ। ਹਿਮਾਲਿਆ ਸਮਝ ਲਓ, ਹਿਮਾਲਿਆ। ਹਿਮਾਲਿਆ ਦੇ ਵਿੱਚ ਇੱਕ ਕੋਈ ਉਹਨੂੰ ਹਨਾ ਟਰਾਂਸ ਹਿਮਾਲਿਆ ਨਹੀਂ ਪਤਾ ਲੱਗਿਆ। ਠੀਕ ਹੈ, ਟਰਾਂਸ ਹਿਮਾਲਿਆ ਨਹੀਂ ਪਤਾ ਲੱਗਿਆ ਬੱਚੇ ਨੂੰ, ਉਹਦੇ ਅੰਦਰ ਕੀ ਹੈ, ਕੰਫਲਿਕਟ ਪੈਦਾ ਹੋ ਗਿਆ। ਠੀਕ ਹੈ ਜੀ, ਆਪਾਂ ਬੱਚੇ ਨੂੰ ਵਿਆਕਰਨ ਸਿਖਾ ਰਹੇ ਹਾਂ, ਸਮਝ ਲਓ ਵਿਆਕਰਨ। ਠੀਕ ਹੈ, ਗ੍ਰਾਮਰ ਕਰਵਾ ਰਹੇ ਹਾਂ, ਗ੍ਰਾਮਰ ਕਰਵਾਉਂਦੇ ਹਾਂ, ਤੇ ਗ੍ਰਾਮਰ ਦੇ ਵਿੱਚ ਉਹਨੂੰ ਨਾਊਨ ਟੌਪਿਕ ਕਰਵਾਇਆ ਹੈ, ਉਹਨੂੰ ਪ੍ਰੋਨਾਊਨ ਨਹੀਂ ਆਉਂਦੇ,
ਉਹ ਕੀ ਆ, ਹੁਣ ਨਾਉਨ ਤਾਂ ਉਹਨੂੰ ਆਉਂਦੇ ਆ, ਪ੍ਰੋਨਾਊਨ ਨਹੀਂ ਆਉਂਦੇ, ਉਸ ਤੋਂ ਬਾਅਦ ਐਡਜੈਕਟਿਵ ਕਰਾਵਾਂਗੇ ਜਾਂ ਕੁਝ ਵੀ, ਤਾਂ ਜਿੰਨਾ ਚਿਰ ਪ੍ਰੋਨਾਊਨ ਨਹੀਂ ਆਉਂਦੇ ਉਹਨਾਂ ਚਿਰ ਉਹ ਅੱਗੇ ਨਹੀਂ ਵੱਧ ਸਕਦਾ। ਇਸ ਕਰਕੇ ਉਹ ਬੱਚੇ ਦੇ ਅੰਦਰ ਕੀ ਹੈ, ਕੰਫਲਿਕਟ ਪੈਦਾ ਹੋ ਗਿਆ, ਉਸ ਨੂੰ ਰੀਸੋਲਵ ਕੀਤਾ ਜਾਵੇ, ਉਸ ਨੂੰ ਸੋਲਵ ਕਰਕੇ ਉਹਦਾ ਕੰਫਲਿਕਟ ਆ ਖਤਮ ਕੀਤਾ ਜਾਵੇ। ਇਹ ਫੰਕਸ਼ਨ ਵਾਲਾ, ਠੀਕ ਹੈ, ਅਗਰ ਆਪਾਂ ਰਿਮੀਡੀਅਲ ਟੀਚਿੰਗ ਦੀ ਗੱਲ ਕਰੀਏ ਤਾਂ। ਅੱਗੇ ਦੇਖੋ ਜੀ, ਟੂ ਸਬਸਟੀਟਿਊਟ, ਹਾਂਜੀ ਕੀ ਆ, ਗੁੱਡ ਐਟੀਟਿਊਡ, ਗੁੱਡ ਮਤਲਬ ਕਿ ਉਹਦੇ ਐਟੀਟਿਊਡ ਗੁੱਡ ਹੋਵੇ, ਉਹ ਉਹਦੇ ਅੰਦਰ ਪਾਇਆ ਜਾਵੇ, ਇੰਟਰਸਟ ਬੱਚੇ ਦਾ ਇੰਕਰੀਜ਼ ਕੀਤਾ ਜਾਵੇ, ਹੈਬਿਟਾਂ ਚੇਂਜ ਕੀਤੇ ਜਾਣ। ਇਹੀ ਜਿਹੜੇ 5 ਜਿਹੜੇ ਆਪਾਂ ਫੰਕਸ਼ਨ ਦੀ ਗੱਲ ਕਰਾਂਗੇ, ਫੰਕਸ਼ਨਲ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ ਹੈ। ਇਸ ਕਰਕੇ ਮੋਸਟ ਇੰਪੋਰਟੈਂਟਾਂ ਵਿੱਚੋਂ ਇੱਕ ਟੌਪਿਕ ਇਹ ਰਿਹਾ ਹੈ। ਤਾਂ ਜ਼ਿਆਦਾ ਕੋਈ ਲੰਮਾ ਨਹੀਂ ਹੈ ਟੌਪਿਕ, ਬਸ ਛੋਟਾ ਜਿਹਾ ਹੈ, ਬਸ ਸਮਝਣ ਦੀ ਲੋੜ ਹੈ, ਜ਼ਿਆਦਾ ਸਮਾਂ ਨਹੀਂ ਲਵਾਂਗਾ ਮੈਂ। ਇਸ ਦੇ ਨਾਲ MCQ ਵੀ ਜਲਦੀ ਡਿਸਕਸ ਕਰੂੰਗਾ, ਠੀਕ ਹੈ, ਜਿੱਦਾਂ ਜਿੱਦਾਂ ਆਪਣੇ ਟੌਪਿਕ ਹੋ ਰਹੇ ਇੰਗਲਿਸ਼ ਪੈਡਾਗੋਜੀ ਦੇ, ਉਦੋਂ ਦਾ ਆਪਾਂ MCQ ਕਰਦੇ ਪਏ ਹਾਂ। ਉਸ ਤੋਂ ਬਾਅਦ ਕੀ ਹੈ, ਪ੍ਰੋਸੀਜਰ ਆਫ ਰਿਮੀਡੀਅਲ ਟੀਚਿੰਗ। ਹੁਣ ਇਹ ਪ੍ਰੋਸੈਸ ਕੀ ਆ, ਕਿਰਿਆ ਕੀ ਹੈ ਰਿਮੀਡੀਅਲ ਟੀਚਿੰਗ ਦੀ। ਹੁਣ ਇਹ ਤਾਂ ਪਤਾ ਲੱਗ ਗਿਆ ਕਮੀਆਂ ਕਿਵੇਂ, ਹਨਾ, ਵੀ ਬੱਚੇ ਨੂੰ ਆਬਜੈਕਟਿਵ ਕੀ ਆ, ਮਤਲਬ ਕੀ ਆ, ਠੀਕ ਆ। ਉਸ ਤੋਂ ਬਾਅਦ ਇਹਦੇ ਜਿਹੜੇ ਸਟੈਪ ਨੇ, ਕੁਝ ਸਟੈਪ ਜਿਹੜੇ ਆਪਾਂ ਪਿੱਛੇ ਪੜ ਚੁੱਕੇ ਨੇ ਨਾ, ਦੇਖ ਲਓ, ਉਹ ਗੱਲ ਕਰ ਚੁੱਕੇ ਆ, ਠੀਕ ਹੈ, ਪਿੱਛੇ ਜਿਹੜੀ ਗੱਲ ਕੀਤੀ ਆਪਾਂ ਕਿ ਬੱਚੇ ਦੇ ਅੰਦਰ ਜੋ ਫੰਕਸ਼ਨ ਨੇ, ਕੰਡੀਸ਼ਨ ਨੇ, ਫੰਕਸ਼ਨ ਨੇ, ਉਹਦੇ ਬਾਰੇ ਗੱਲ ਕੀਤੀ ਆ। ਉਸ ਤੋਂ ਪਹਿਲਾਂ ਆਪਾਂ ਕੀਤੀ ਆਬਜੈਕਟਿਵ ਦੀ, ਤਾਂ ਹੁਣ ਆਪਾਂ ਆਬਜੈਕਟਿਵ ਵੀ ਗੱਲ ਕੀਤੀ ਆ, ਫੰਕਸ਼ਨ ਦੀ ਵੀ। ਹੁਣ ਪ੍ਰੋਸੀਜਰ ਕੀ ਆ, ਪ੍ਰੋਸੈਸ ਕੀ ਆ, ਹੁਣ ਆਪਾਂ ਪ੍ਰੋਸੈਸ ਬਾਰੇ ਜਾਣਦੇ ਹਾਂ। ਔਰ ਰਿਮੀਡੀਅਲ ਟੀਚਿੰਗ ਕੀ ਆ, ਇੱਕ ਐਕਚੁਅਲ ਕਲਾਸਰੂਮ ਦੇ ਵਿੱਚ ਟੀਚਿੰਗ ਹੋ ਰਹੀ ਹੈ ਨਾ, ਉਸ ਨੂੰ ਉਸਦੇ ਹੀ ਫੋਲੋ ਕਰਦਾ, ਉਸ ਨੂੰ ਹੀ, ਜਿਹੜੇ ਬੱਚੇ ਨੂੰ ਡੇਲੀ ਹੀ ਕਲਾਸ ਦੇ ਵਿੱਚ ਹੈ ਨਾ, ਡੇਲੀ ਰੈਗੂਲਰ ਕਲਾਸ ਦੇ ਵਿੱਚ ਪੜ੍ਹਾਇਆ ਜਾਂਦਾ, ਉਹਦੇ ਪੜ੍ਹਾਉਂਦੇ ਸਮੇਂ ਜੋ ਕਮੀਆਂ ਰਹਿ ਜਾਂਦੀਆਂ ਨੇ, ਐਰਰ ਹੁੰਦੇ ਨੇ, ਹਨਾ, ਕਈ ਵਾਰੀ ਆਪਾਂ ਵੀ ਦੇਖੋ, ਮੈਨੂੰ ਬਹੁਤ ਸਾਰੇ ਸਟੂਡੈਂਟ ਸੁਣਦੇ ਪਏ ਆ, ਸ਼ਾਇਦ ਉਹਨਾਂ ਨੂੰ ਇੱਕ ਵਾਰੀ ਗੱਲ ਨਾ ਸਮਝ ਲੱਗੇ, ਉਹ ਸ਼ਾਇਦ ਦੂਰੀ ਵਾਰ ਵੀਡੀਓ ਦੇਖਣਗੇ, ਜਾਂ ਉਹ ਬੈਕ ਕਰ ਵੀਡੀਓ ਦੇਖ ਲੈਣਗੇ। ਇਹ ਕੀ ਆ, ਕਿਉਂਕਿ ਕਈ ਵਾਰੀ ਨਹੀਂ ਸਮਝ ਲੱਗਦਾ, ਬੱਚੇ ਦੀ ਵੀ ਕੋਈ ਕਮੀ ਨਹੀਂ, ਬੱਚੇ ਦੇ ਅੰਦਰ ਕੋਈ ਕਮੀ ਨਹੀਂ ਹੈ, ਕਈ ਨਹੀਂ ਸਮਝ ਲੱਗਦਾ, ਕਈ ਵਾਰੀ ਟੀਚਰ ਦਾ ਸਮਝਾਉਣ ਦਾ ਤਰੀਕਾ ਵਧੀਆ ਨਹੀਂ, ਸ਼ਾਇਦ ਮੈਂ ਚੰਗੀ ਤਰ੍ਹਾਂ ਤੁਹਾਨੂੰ ਨਾ ਟੀਚ ਕਰਦਾ, ਮਾਹੌਲ ਵਧੀਆ ਕਰਦੇ ਹੋ, ਨੋ ਡਾਊਟ ਹੁੰਦੇ ਆ, ਇਦਾਂ ਸੱਚ ਹੁੰਦਾ। ਪਰ ਇਹ ਕੀ ਹੈ, ਪੜਾਉਣ ਦਾ ਤਰੀਕਾ ਹੈ, ਸਭ ਦਾ ਅਲੱਗ-ਅਲੱਗ ਹੈ, ਮੇਰਾ ਅਲੱਗ ਹੈ, ਪਰ ਮੈਂ ਕਹਾਂਗਾ ਵੀ ਬੱਚਿਆਂ ਅੰਦਰ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ, ਉਸ ਕਮੀਆਂ ਨੂੰ ਸੁਧਾਰਨ ਦੇ ਲਈ ਆਪਾਂ ਰਿਮੀਡੀਅਲ ਟੀਚਿੰਗ ਦੀ ਜਿਹੜੀ ਆਪਾਂ ਨੂੰ ਜ਼ਰੂਰਤ ਪੈਂਦੀ ਆ। ਰਿਮੀਡੀਅਲ ਟੀਚਿੰਗ ਕੀ ਆ, ਨਾਰਮਲ ਟੀਚਿੰਗ ਦੇ ਨਾਲ ਨਾਲ ਚੱਲਦੀ ਰਹਿੰਦੀ ਆ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਇਹਦੇ ਕੁਝ ਸਟੈਪ ਨੇ, ਇਹਦਾ ਪ੍ਰੋਸੈਸ ਆ ਨਹੀਂ, ਆਪਾਂ ਪ੍ਰੋਸੈਸ ਗੱਲ ਕਰੀਏ, ਪ੍ਰੋਸੈਸ ਹੈ, ਇਹਦੇ ਕੁਝ ਸਟੈਪ ਨੇ ਜਿਹੜੇ ਆਪਾਂ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਕੀ ਆ, ਸਭ ਤੋਂ ਪਹਿਲਾਂ ਜਿਹੜਾ ਸਟੈਪ ਆਪਣਾ ਸਟੈਪ 1 ਹੈ, ਸਟੈਪ 1 ਦੇ ਵਿੱਚ ਕੀ ਕਰਾਂਗੇ, ਠੀਕ ਆ, ਪਹਿਲਾਂ ਆਇਡੈਂਟੀਫਾਈ ਕਰਾਂਗੇ। ਹੁਣ ਕਲਾਸਰੂਮ ਦੇ ਵਿੱਚ ਗਏ ਆ, ਹੁਣ ਨਵੇਂ ਆਪਾਂ ਮੰਨ ਲਓ ਟੀਚਰ ਹੈ, ਹੁਣ ਮੈਨੂੰ ਨਹੀਂ ਨਾ ਪਤਾ ਕਿਹੜੇ ਸਟੂਡੈਂਟ ਵੀਕ ਆ, ਕਿਹੜੇ ਨਹੀਂ। ਪਹਿਲਾਂ ਮੈਂ ਬੱਚਿਆਂ ਦੇ ਅੰਦਰ ਰਿਮੀਡੀਅਲ ਟੀਚਿੰਗ ਦੇਣ ਤੋਂ ਪਹਿਲਾਂ, ਉਪਚਾਰਾਤਮਕ ਸਿੱਖਿਆ ਦੇਣ ਤੋਂ ਪਹਿਲਾਂ, ਮੈਂ ਬੱਚਿਆਂ ਅੰਦਰ ਜਿਹੜੀ ਉਹਦੇ ਸਟੂਡੈਂਟ ਹੋਣਗੇ, ਉਹ ਆਇਡੈਂਟੀਫਾਈ ਕਰੂੰਗਾ ਕਿਹੜੇ ਬੱਚਿਆਂ ਅੰਦਰ ਕਮੀਆਂ ਨੇ। ਤਾਂ ਫਿਰ ਮੈਂ ਆਇਡੈਂਟੀਫਾਈ ਪਿਓਰ ਸਟੂਡੈਂਟ ਕਰੂੰਗਾ, ਕਿਸ ਦੀ ਹੈਲਪ ਲੈ ਕੇ, ਇੰਟਰਵਿਊ ਦੀ ਹੈਲਪ ਲੈ ਕੇ, ਅਚੀਵਮੈਂਟ ਟੈਸਟ ਦੀ ਆਬਜ਼ਰਵੇਸ਼ਨ ਕਰੂੰਗਾ, ਓਬਜ਼ਰਵ ਕਰੂੰਗਾ ਬੱਚਿਆਂ ਨੂੰ, ਹਨਾ, ਕਲਾਸਰੂਮ ਦੇ ਪੜਾਉਂਦੇ ਹੋਏ, ਵੀ ਸਮਝ ਕਿਹਨੂੰ ਨਹੀਂ ਲੱਗਦਾ, ਮੈਂ ਕੱਲੇ ਨੂੰ ਉਠਾ ਕੇ ਕੁਐਸਚਨ ਵੀ ਪੁੱਛ ਸਕਦਾ ਹੈ, ਕੁਐਸਚਨ ਆਨਸਰ ਹੋ ਗਿਆ, ਇੰਟਰਵਿਊ ਹੋ ਗਿਆ, ਅਚੀਵਮੈਂਟ ਆਬਜ਼ਰਵੇਸ਼ਨ, ਬਿਲਕੁਲ ਇਸ ਦੇ ਥਰੂ ਮੈਨੂੰ ਆਇਡੈਂਟੀਫਾਈ ਹੋ ਜਾਣਗੇ ਕਿ ਬੱਚੇ ਕਮਜ਼ੋਰ ਕਿਹੜੇ ਨੇ ਕਲਾਸ ਦੇ ਵਿੱਚ, ਪੂਅਰ ਸਟੂਡੈਂਟ ਕਿਹੜੇ ਨੇ, ਵੀਕ ਕਿਹੜੇ ਨੇ, ਕਿੰਨਾਂ ਨੂੰ ਰਿਮੀਡੀਅਲ ਟੀਚਿੰਗ ਦੀ ਲੋੜ ਹੈ। ਸਭ ਤੋਂ ਪਹਿਲਾ ਸਟੈਪ, ਹੁਣ ਮੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਮੈਨੂੰ ਸਟੂਡੈਂਟ ਮੇਰੇ ਕੋਲੇ ਆ ਗਏ, ਠੀਕ ਹੈ, ਸਾਰੇ ਸਟੂਡੈਂਟ ਮੈਨੂੰ ਮਿਲ ਗਏ, ਵੀ 40 ਜਣਾਂ ਦਾ ਗਰੁੱਪ ਸੀ ਕਲਾਸ ਦਾ, ਉਹਦੇ ਵਿੱਚੋਂ ਮੇਰੇ ਕੋਲੇ 20 ਸਟੂਡੈਂਟ ਆ ਗਏ, ਜਿਨ੍ਹਾਂ ਅੰਦਰ ਇਹ ਜਿਹੜੀਆਂ ਕਹਿ ਸਕਦੇ ਹੋ ਆਇਡੈਂਟੀਫਾਈ ਹੋਈਆਂ, ਪੂਅਰ ਹੋ ਗਿਆ, ਵੀਕ ਸਟੂਡੈਂਟ ਨਿਕਲ ਆਏ। ਹੁਣ ਕੀ ਹੈ, ਇਹ 20 ਦੇ ਵਿੱਚੋਂ ਆਏ ਤਾਂ ਨਹੀਂ ਸਾਰੇ ਇੱਕੋ ਜਿਹੇ ਹੋਣਗੇ, ਨਹੀਂ ਨਾ। ਉਸ ਤੋਂ ਬਾਅਦ ਡਾਇਗਨੋਸਟਿਕ ਜਿਹੜਾ ਟੈਸਟ ਲਊਂਗਾ ਮੈਂ ਸਪੈਸੀਫਿਕ ਏਰੀਆ ਦੇ ਵਿੱਚ। ਹੁਣ ਮੈਂ ਦੇਖੂੰਗਾ 20 ਦੇ ਵਿੱਚੋਂ 40 ਵਿੱਚੋਂ 20 ਤਾਂ ਸਹੀ ਆ, 20 ਵਿੱਚੋਂ ਕਿਹੜੇ ਰਾਈਟਿੰਗ ਸਕਿੱਲ ਦੇ ਵਿੱਚ ਕਮਜ਼ੋਰ ਨੇ, ਠੀਕ ਹੈ, ਕਮੀਆਂ ਨੇ, ਕਿਹੜੇ ਸਪੀਕਿੰਗ ਦੇ ਵਿੱਚ ਹੋਣਗੇ, ਕਿਹੜੇ ਰੀਡਿੰਗ ਦੇ ਵਿੱਚ ਹੋਣਗੇ, ਕਿਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ, ਸਭ ਕੁਝ ਮੈਂ ਇੱਕ ਇੱਕ ਕਰਕੇ ਕਰੂੰਗਾ। ਡਾਇਗਨੋਸਟਿਕ ਟੈਸਟ ਉਹਨਾਂ ਤੋਂ ਰਿਲੇਟ ਸਪੈਸੀਫਿਕ ਏਰੀਆ ਦੇ ਲਈ ਆਪਾਂ ਕੰਡਕਟ ਕਰਾਂਗੇ, ਉਹ ਤੋਂ ਪਤਾ ਲੱਗ ਜੂਗਾ ਬਿਲਕੁਲ। ਉਸ ਤੋਂ ਬਾਅਦ ਮੈਂ ਇੱਕ ਅਲੱਗ ਤੋਂ ਉਹਨਾਂ ਨੂੰ, ਜਦੋਂ ਪਤਾ ਲੱਗ ਗਿਆ ਵੀ ਰਾਈਟਿੰਗ ਦੇ ਵਿੱਚ ਵੀਕ ਹੈ, ਸਪੀਕਿੰਗ ਦੇ ਵਿੱਚ, ਰੀਡਿੰਗ ਦੇ ਵਿੱਚ, ਫਿਰ ਮੈਂ ਉਹਨਾਂ ਦੇ ਲਈ ਇੱਕ ਅਲੱਗ ਤੋਂ ਸਟੈਪ ਤੀਸਰਾ ਰਹੇਗਾ, ਉਹਨਾਂ ਲਈ ਇੱਕ ਪ੍ਰਪੇਅਰ ਕਰੂੰਗਾ, ਇੰਸਟਰਕਸ਼ਨਾਂ ਪ੍ਰਪੇਅਰ ਕਰੂੰਗਾ। ਰਿਮੀਡੀਅਲ ਟੀਚਿੰਗ ਦੇਣ ਤੋਂ ਪਹਿਲਾਂ ਉਹਨਾਂ ਨੂੰ ਇੰਸਟਰਕਸ਼ਨਸ ਜਿਹੜੀਆਂ ਰਹਿਣੀਆਂ, ਗਾਈਡੈਂਸ ਪ੍ਰੋਵਾਈਡ ਕਰੂੰਗਾ, ਠੀਕ ਹੈ ਜੀ, ਗਾਈਡੈਂਸ ਪ੍ਰੋਵਾਈਡ ਕਰੂੰਗਾ ਬੱਚੇ ਨੂੰ, ਠੀਕ ਹੈ, ਰਿਮੀਡੀਅਲ ਟੀਚਿੰਗ ਦਿੰਦੇ ਹੋਏ। ਤਾਂ ਰਿਮੀਡੀਅਲ ਟੀਚਿੰਗ ਦਾ ਮਤਲਬ ਕਿ ਬੱਚੇ ਨੂੰ ਗਾਈਡ ਕਰੂੰ ਵੀ ਤੇਰੇ 'ਚ ਆਹ ਕਮੀਆਂ ਨੇ, ਤੂੰ ਰਾਈਟਿੰਗ ਦੇ ਵਿੱਚ ਆ, ਪਰ ਤੂੰ ਰਾਈਟਿੰਗ ਕਿਵੇਂ ਸੁਧਾਰ ਸਕਦਾ, ਐਂ ਕਰਕੇ ਸੁਧਾਰ ਸਕਦਾ, ਉਹਨੂੰ ਸਾਰਾ ਪ੍ਰੋਸੈਸ ਦੱਸੂਗਾ, ਇੰਸਟਰਕਸ਼ਨਾਂ ਦਊਂਗਾ, ਗਾਈਡੈਂਸ ਬੱਚੇ ਨੂੰ ਪ੍ਰੋਵਾਈਡ, ਠੀਕ ਹੈ ਜੀ। ਉਸ ਤੋਂ ਬਾਅਦ ਸਟੈਪ 4
ਸਟੈਪ 4 ਤਾਂ ਕਹਿੰਦੇ ਐਪਰੋਪ੍ਰੀਏਟ ਸਟ੍ਰੈਟਜੀ। ਹੁਣ ਇਹ ਤਾਂ ਪਤਾ ਲੱਗ ਗਿਆ, ਆਪਾਂ ਗਾਈਡੈਂਸ ਦੇਤੀ ਵੀ ਤੁਸੀਂ ਏਦਾਂ ਸੁਧਾਰ ਸਕਦਾ। ਹੁਣ ਉਹਨਾਂ ਵਾਸਤੇ ਇੱਕ ਅਲੱਗ ਤੋਂ ਮੈਥਡ ਵੀ ਯੂਜ਼ ਕਰਨਾ ਪੈਣਾ ਹੈ। ਜਦੋਂ ਉਹਨੂੰ ਪੜ੍ਹਾਵਾਂਗੇ ਇੱਕ ਸਟ੍ਰੈਟਜੀ ਜਿਹੜੀ ਰਹੇਗੀ ਉਹਨੂੰ ਵੀ ਆਪਾਂ ਨੂੰ ਫੋਲੋ ਕਰਨਾ ਪੈਣਾ ਹੈ। ਇੱਥੇ ਕੀ ਆ, ਆਪਾਂ ਯੂਜ਼ ਕਰਦੇ ਹਾਂ ਰਿਮੀਡੀਅਲ ਟੀਚਿੰਗ ਦੇ ਸਮੇਂ ਆਪਾਂ ਸਟ੍ਰੈਟਜੀ ਯੂਜ਼ ਕਰਾਂਗੇ ਐਂਡ ਰੀਟੀਚਿੰਗ ਕਰਾਂਗੇ ਬੱਚੇ ਨੂੰ, ਐਂਡ ਫਰਦਰ ਰਿਮੀਡੀਅਲ ਜਿਹੜੇ ਬੱਚੇ ਦੇ ਅੰਦਰ ਫਿਰ ਟੈਸਟ ਲਵਾਂਗੇ। ਫਿਰ ਇਹ ਸਾਰਾ ਪ੍ਰੋਸੈਸ ਹੈ ਕਿ ਆਪਾਂ ਸਟ੍ਰੈਟਜੀ ਮੈਥਡ ਪਤਾ ਲੱਗ ਗਿਆ ਪਹਿਲਾਂ। ਫਿਰ ਤੋਂ ਦੇਖੋ ਕਿ ਹੁਣ ਕੀ ਹੈ ਇਹਦੇ ਵਿੱਚ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬੱਚੇ ਚਾਹੀਦੇ ਨੇ ਜਿਨ੍ਹਾਂ ਨੂੰ ਆਪਾਂ ਰਿਮੀਡੀਅਲ ਟੀਚਿੰਗ ਦੇਣੀ ਆ, ਉਹ ਆਇਡੈਂਟੀਫਾਈ ਕਰਾਂਗੇ, ਸਭ ਤੋਂ ਪਹਿਲਾ ਸਟੈਪ ਆ। ਉਸ ਤੋਂ ਬਾਅਦ ਉਹਨਾਂ ਦਾ ਸਪੈਸੀਫਿਕ ਏਰੀਆ ਕਿਹੜਾ ਹੋਏਗਾ, ਕਾਹਦੇ ਵਿੱਚ ਕਮਜ਼ੋਰ ਨੇ ਬੱਚੇ, ਹਨਾ, ਉਹਦੇ ਵਿੱਚ ਡਾਇਗਨੋਸਟਿਕ ਟੈਸਟ ਦੇ ਨਾਲ ਕਰਾਂਗੇ। ਦੂਸਰਾ ਸਟੈਪ ਹੁਣ ਪਤਾ ਲੱਗਿਆ ਇਹ ਆ, ਉਹਨਾਂ ਵਿੱਚੋਂ ਸਬ ਡਿਵੀਜ਼ਨਾਂ ਨਿਕਲੀਆਂ, ਰਾਈਟਿੰਗ, ਰੀਡਿੰਗ, ਸਪੀਕਿੰਗ, ਇਹਨਾਂ ਵਿੱਚੋਂ ਪਤਾ ਲੱਗ ਗਿਆ ਆਪਾਂ ਨੂੰ ਕਮਜ਼ੋਰ ਆ। ਉਸ ਤੋਂ ਬਾਅਦ ਉਹਨਾਂ ਲਈ ਅਲੱਗ-ਅਲੱਗ ਜਿਹੜੀ ਆਪਣੇ ਕੋਲੇ ਨਿਕਲ ਕੇ ਆਏ ਨੇ ਸਪੈਸੀਫਿਕ ਏਰੀਆ, ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋ ਆਪਾਂ ਕੀ ਕਰਾਂਗੇ, ਇੰਸਟਰਕਸ਼ਨਾਂ ਦੇਵਾਂਗੇ ਜਾਂ ਬੱਚੇ ਨੂੰ ਗਾਈਡ ਕਰਾਂਗੇ, ਗਾਈਡੈਂਸ ਪ੍ਰੋਵਾਈਡ ਕਰਾਂਗੇ। ਗਾਈਡੈਂਸ ਦੀ ਹੈਲਪ ਨਾਲ ਬੱਚਾ ਇੰਪਰੂਵ ਕਰ ਸਕਦਾ ਹੈ। ਉਸ ਤੋਂ ਬਾਅਦ ਹੁਣ ਆਪਾਂ ਨੂੰ ਗਾਈਡੈਂਸ ਪ੍ਰੋਵਾਈਡ ਕਰਤੀ, ਪ੍ਰਪੇਅਰ ਕਰ ਲਈ ਇੰਸਟਰਕਸ਼ਨ ਆਪਾਂ, ਠੀਕ ਆ। ਉਸ ਤੋਂ ਪਹਿਲਾਂ ਬਾਅਦ ਚ ਕੀ ਆਪਾਂ ਮੈਥਡ ਯੂਜ਼ ਕਰਾਂਗੇ ਸਟ੍ਰੈਟਜੀ ਰਿਮੀਡੀਅਲ ਟੀਚਿੰਗ ਨੂੰ ਦੇਣ ਦੇ ਲਈ, ਤੇ ਬੱਚੇ ਨੂੰ ਪੜਾਉਣਾ ਕਿਵੇਂ, ਹੁਣ ਪਤਾ ਲੱਗ ਗਿਆ ਆਪਾਂ ਨੂੰ ਕਮੀਆਂ ਕੀ ਨੇ। ਇਹ 4 ਸਟੈਪ ਨੇ, 4 ਤੋਂ ਜ਼ਿਆਦਾ ਕੁਝ ਨਹੀਂ ਹੈ, ਠੀਕ ਹੈ। ਇਹ 4 ਸਟੈਪ ਨਹੀਂ ਜੀ, 4 ਸਟੈਪ, 5th ਨਹੀਂ ਹੈ, 4 ਸਟੈਪ ਰਹਿਣਗੇ, 4, ਠੀਕ ਹੈ। ਇਹ ਛੋਟੇ ਜਿਹੇ ਸਟੈਪ ਸੀਗੇ, ਇਹਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਇਸ ਕਰਕੇ। ਹਾਂਜੀ, ਕੁਝ ਜਿਹੜੇ 4 ਸਟੈਪ ਨੇ ਉਹਨਾਂ ਨੂੰ ਦੇਖੋ ਕਿ ਰਿਮੀਡੀਅਲ ਟੀਚਿੰਗ ਦੇ ਵਿੱਚ ਕੀ ਹੁੰਦਾ। ਦੇਖੋ ਰਿਮੀਡੀਅਲ ਟੀਚਿੰਗ ਦੇ ਵਿੱਚ ਪਹਿਲਾਂ ਆਪਾਂ ਟੈਸਟ ਜੋ ਪੜਾਇਆ ਹੁੰਦਾ ਨਾ ਕਲਾਸਰੂਮ ਦੇ ਨਾਲ ਨਾਲ ਚੱਲਦਾ, ਪਹਿਲਾਂ ਆਪਾਂ ਟੈਸਟ ਲਵਾਂਗੇ। ਸਭ ਤੋਂ ਪਹਿਲਾ ਸਟੈਪ ਆ ਟੈਸਟ ਲੈ ਲਿਆ ਬੱਚੇ ਦੇ, ਆਪਾਂ 20 ਨੰਬਰ ਦਾ ਟੈਸਟ ਲਿਆ। ਬੱਚੇ ਨੇ ਜਿਹੜੇ ਬਹੁਤ ਸਾਰੇ ਸਟੂਡੈਂਟ ਸੀ, 20 ਵਿੱਚੋਂ ਕਿੰਨੇ ਨੰਬਰ ਆਏ, ਕਿਸੇ ਦੇ 7 ਆਏ ਆ, ਕਿਸੇ ਦੇ 8 ਆਏ ਆ, ਕਿਸੇ ਦੇ 9 ਆਏ, ਕਈਆਂ ਦੇ 6 ਵੀ ਆਇਆ, ਕਈਆਂ ਦੇ 5 ਵੀ ਆਇਆ। ਇਸ ਤਰ੍ਹਾਂ ਮੈਂ ਉਹਨੂੰ ਇੱਕ ਆਬਜ਼ਰਵੇਸ਼ਨ ਕਰ ਲਈ ਕਿ ਬੱਚਿਆਂ ਦੇ ਅੰਦਰ ਕਮੀਆਂ ਨੇ। ਫਿਰ ਮੈਂ ਉਹਨਾਂ ਨੂੰ ਕਮੀਆਂ ਨੂੰ, ਜਿਹੜੀਆਂ ਕਮੀਆਂ ਰਹਿਣਗੀਆਂ, ਉਹਨਾਂ ਨੂੰ ਰਿਮੀਡੀਅਲ ਟੀਚਿੰਗ ਦੀ ਮਦਦ ਦੇ ਨਾਲ ਫਿਰ ਤੋਂ ਉਹਨੂੰ ਕੀ ਕਰੂੰਗਾ, ਟੀਚ ਕਰੂੰਗਾ ਵੀ ਇਹ ਕਮੀ ਹੈ। ਦੇਖੋ ਕੁਐਸਚਨ ਦੇ ਵਿੱਚ ਜੋ ਕੁਐਸਚਨ ਦਿੱਤੇ ਸੀ, 20 ਨੰਬਰ ਦੇ ਕੁਐਸਚਨ ਦਿੱਤੇ ਸੀ, ਮੈਂ ਤੁਹਾਨੂੰ ਵੀ ਦਿੰਨਾ ਕਿ ਐਮਸੀਕਿਊ ਦਿੱਤੇ ਨੇ। ਤੁਸੀਂ ਐਮਸੀਕਿਊ, ਮੈਂ ਟੈਸਟ ਲਿਆ, ਤੁਸੀਂ ਟੈਸਟ ਦੇ ਵਿੱਚੋਂ 15 ਨੰਬਰ ਦੀ ਬਜਾਏ ਉੱਥੇ 5 ਨੰਬਰ ਲੈ ਕੇ ਆਏ ਆ 20 ਦੇ ਵਿੱਚੋਂ। ਫਿਰ ਮੈਨੂੰ ਪਤਾ ਲੱਗ ਗਿਆ ਬੱਚਿਆਂ ਨੂੰ ਇਹ ਚੀਜ਼ਾਂ ਸਮਝ ਨਹੀਂ ਲੱਗੀਆਂ। ਉਹ 20 ਦੇ 20 ਕੁਐਸਚਨ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ, ਮਤਲਬ ਤੁਹਾਨੂੰ ਉਸ ਕੁਐਸਚਨ ਦੇ ਬਾਰੇ ਹੀ ਦੱਸੂੰਗਾ, ਟੀਚ ਕਰੂੰਗਾ। ਕਿ ਟੀਚ ਕਰਦੇ ਆ ਫਿਰ ਕੀ ਆ, ਮੈਂ ਫਿਰ ਤੋਂ ਮੈਂ ਤੁਹਾਨੂੰ ਕਹਿਤਾ ਵੀ ਯਾਰ ਤੁਹਾਡੇ ਹੁਣ ਪਿਛਲੀ ਵਾਰ 5 ਨੰਬਰ ਆਏ ਸੀ 20 ਵਿੱਚੋਂ, ਹੁਣ ਮੈਂ ਤੁਹਾਡਾ ਉਹੀ ਫਿਰ ਤੋਂ ਟੈਸਟ ਲਊਂਗਾ। ਮੈਂ ਫਿਰ ਤੋਂ ਟੈਸਟ ਲੈ ਲਿਆ, ਟੈਸਟ ਲੈ ਕੇ ਫਿਰ ਜਿਹੜਾ 20 ਦੇ ਵਿੱਚੋਂ ਤੁਹਾਡੇ 15 ਨੰਬਰ ਆ ਗਏ, ਮੈਨੂੰ ਫਿਰ ਵੀ ਸੰਤੁਸ਼ਟੀ ਨਾ ਹੋਈ। ਮੈਂ ਚਾਹੁੰਦਾ 20 ਚੋਂ 20 ਲੈ ਕੇ ਜਾਓ ਤੁਸੀਂ ਨੰਬਰ। ਫਿਰ ਮੈਂ ਤੁਹਾਨੂੰ, ਵੈਸੇ ਤਾਂ ਇਹ ਸਟੈਪ ਨਹੀਂ ਹੁੰਦਾ, 3 ਹੀ ਸਟੈਪ ਹੁੰਦੇ, ਆਪਾਂ ਮੁੱਖ ਤੌਰ ਤੇ ਲੈ ਕੇ ਚੱਲਦੇ। ਫਿਰ ਤੁਹਾਨੂੰ ਰੀਟੀਚਿੰਗ ਕਰਾਂਗੇ ਅਗਰ ਫਿਰ ਵੀ ਬੱਚਿਆਂ ਅੰਦਰ ਕਮੀਆਂ ਰਹਿਣਗੀਆਂ, ਅਗਰ ਫਿਰ ਵੀ ਫੇਲੀਅਰ ਹੋਣਗੇ। ਇਹ ਉਦੋਂ ਕਰਾਂਗੇ ਜਦੋਂ ਬੱਚੇ ਦਾ ਫੇਲੀਅਰ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਆਪਾਂ ਫੇਲੀਅਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚਾ ਸਕਸੈਸਫੁਲੀ ਹੋਵੇ ਟੀਚਿੰਗ ਦੇ ਵਿੱਚ, ਸੌਰੀ ਲਰਨਿੰਗ ਦੇ ਵਿੱਚ। ਤਾਂ ਟੀਚਰ ਦਾ ਕੀ ਕੰਮ ਆ, ਟੀਚ ਕਰਨਾ। ਇੱਥੇ ਟੀਚਰ ਵੀ ਕੀ ਸਕਸੈਸਫੁਲ ਹੋ ਰਿਹਾ ਨਾ ਟੀਚਿੰਗ ਦੇ ਲਈ, ਬਿਲਕੁਲ ਸਹੀ ਹੈ। ਇੱਥੇ ਇਸ ਤੋਂ ਬਾਅਦ ਕਦੇ ਪੁੱਛੇ ਨਹੀਂ ਜਾਣਾ, ਠੀਕ ਹੈ। ਵੈਸੇ ਤਾਂ ਇਹ ਤਿੰਨ ਸਟੈਪ ਰਹਿੰਦੇ ਨੇ, ਵੈਸੇ ਆਪਾਂ 4 ਡਿਸਕਸ ਕੀਤੇ ਆ ਜਿਹੜੇ ਕਿ ਇੰਪੋਰਟੈਂਟ ਨੇ। ਲਓ ਜੀ ਅੱਗੇ ਦੇਖੋ, ਪ੍ਰਿੰਸੀਪਲ ਨੇ ਜੀ, ਕੁਝ ਪ੍ਰਿੰਸੀਪਲ ਨੇ, ਸਿਧਾਂਤ ਨੇ ਰਿਮੀਡੀਅਲ ਟੀਚਿੰਗ ਦੇ। ਕਹਿੰਦੇ ਸਿਧਾਂਤ ਆ, ਆਪਾਂ ਪੰਜਾਬੀ ਵਿੱਚ ਵੀ ਕੀਤੇ ਨਾ, ਸਿਧਾਂਤ ਨੇ ਕਿਸ ਦੇ, ਚਾਰਾਤਮਿਕ ਸਿੱਖਿਆ ਦੇ, ਚਾਰਾਤਮਿਕ ਸਿੱਖਿਆ ਦੇ, ਅਧਿਆਪਨ ਦੇ। ਸਿੱਖਿਆ ਜਾਂ ਅਧਿਆਪਨ ਦੋਨੇ ਇੱਕ ਹੀ ਰਹਿਣਗੇ, ਠੀਕ ਆ, ਪੰਜਾਬੀ ਵਿੱਚ ਕੀਤਾ ਹੋਇਆ। ਤਾਂ ਸਭ ਤੋਂ ਪਹਿਲਾਂ ਕੀ ਆ, ਆਪਾਂ ਟੀਚਿੰਗ ਪ੍ਰੈਪਰੇਸ਼ਨ ਕਰਾਂਗੇ, ਤਿਆਰੀ ਕਰਾਂਗੇ ਪੜਾਉਣ ਦੇ ਲਈ। ਦੇਖੋ ਆਪਾਂ ਨੂੰ ਪਤਾ ਲੱਗ ਗਿਆ ਬੱਚੇ ਅੰਦਰ ਕਮੀਆਂ ਕੀ ਆ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਨੂੰ ਪਤਾ ਲੱਗ ਗਿਆ ਵੀ ਬੱਚੇ ਨੂੰ ਪਹਿਲਾਂ ਮੈਂ ਐਂ ਪੜਾਇਆ ਸੀ, ਇੰਨਾ ਨਹੀਂ ਸਮਝ ਲੱਗਿਆ। ਹੁਣ ਮੈਂ ਕੀ ਕਰੂੰਗਾ, ਆਪਣੇ ਟੀਚਿੰਗ ਪ੍ਰੈਪਰੇਸ਼ਨ ਕਰੂੰਗਾ, ਬੱਚਿਆਂ ਨੂੰ ਆਡੀਓ ਵਿਜ਼ੂਅਲ ਏਡਸ ਦੇ ਜਿਹੜੇ ਏਡਸ ਹੁੰਦੇ ਨੇ, ਏਡਸ ਦਾ ਯੂਜ਼ ਕਰੂੰਗਾ, ਪਿਕਚਰ ਯੂਜ਼ ਕਰੂੰਗਾ ਪੜਾਉਂਦੇ ਸਮੇਂ, ਬੱਚਿਆਂ ਨੂੰ ਪੀਪੀਟੀ ਥਰੂ ਪੜਾਉਂਗਾ, ਬੱਚਿਆਂ ਨੂੰ ਜਿਹੜੀਆਂ ਹੋਰ ਮਾਡਲ ਦਿਖਾ ਕੇ ਪੜਾਉਂਗਾ। ਇਹ ਕੀ ਹੋ ਗਿਆ, ਪਹਿਲੇ ਹੀ ਮੈਂ ਇੱਕ ਆਪਣਾ ਪ੍ਰੈਪਰੇਸ਼ਨ ਕਰ ਰਿਹਾ, ਬੱਚੇ ਨੂੰ ਐਂ ਪੜਾਉਣਾ ਹੈ, ਪਹਿਲਾ ਸਟੈਪ ਹੋ ਗਿਆ ਆਪਣਾ। ਦੂਸਰਾ ਕੀ ਆ, ਦੂਸਰਾ ਪ੍ਰਿੰਸੀਪਲ ਕੀ ਆ, ਡਿਵਾਈਸ ਵੇਰੀਅਸ ਐਕਟੀਵਿਟੀ। ਇੱਥੇ ਕੀ ਹੈ, ਬੱਚਿਆਂ ਤੋਂ ਐਕਟੀਵਿਟੀ ਜਿਹੜੀਆਂ ਕਰਵਾਉਂਗਾ ਤੇ ਬੱਚੇ ਐਕਟੀਵਿਟੀ 'ਚ ਪਾਰਟੀਸਪੇਟ ਕਰਨਗੇ। ਕਿਉਂਕਿ ਅਗਰ ਵੋਲਕੈਨੋ ਆ, ਵੋਲਕੈਨੋ ਬਾਰੇ ਦੱਸਣਾ ਹੈ ਬੱਚੇ ਨੂੰ, ਇਸ ਤਰ੍ਹਾਂ ਸਟਰਕਚਰ ਬਣਾਤੀ ਵੀ ਬੱਚੇ ਵੋਲਕੈਨੋ ਇੱਥੋਂ ਦੀ ਇਹ ਲਾਵਾ ਨਿਕਲਦਾ ਹੈ। ਹੁਣ ਇਹ ਐਕਟੀਵਿਟੀ ਕਰਵਾਉਂਗਾ, ਬੱਚੇ ਨੂੰ ਮਾਡਲ ਬਣਾਉਂਗਾ, ਉਹ ਐਕਟੀਵਿਟੀ 'ਚ ਪਤਾ ਲੱਗ ਜੂ। ਬੱਚੇ ਕੀ ਇੱਕ ਪੈਪ ਬਣਾ ਦੇਣਗੇ, ਇਸ ਤਰ੍ਹਾਂ ਮਾਡਲ ਬਣਾ ਦੇਣਗੇ, ਇਹਦੇ ਵਿੱਚੋਂ ਲਾਵਾ ਨਿਕਲਦਾ, ਉਹਦੇ ਨਾਲ ਜਲਦੀ ਸਮਝ ਆਊਗਾ ਕੀ ਹੈ ਰਿਮੀਡੀਅਲ ਟੀਚਿੰਗ ਹੈ, ਕਿ ਵੇਰੀਅਸ ਐਕਟੀਵਿਟੀਆਂ ਉਹਨਾਂ ਤੋਂ ਪਰਫਾਰਮ ਕਰਵਾਉਂਗਾ ਮੈਂ ਅਧਿਆਪਕ ਹੁੰਦੇ ਹੋਏ ਵੀ। ਅੱਗੇ ਦੇਖੋ ਜੀ, ਪ੍ਰੋਵਾਈਡ ਕਲੀਅਰ ਇੰਸਟਰਕਸ਼ਨ। ਹੁਣ ਦੇਖੋ ਜੀ ਆਪਾਂ ਕੀ ਆ, ਕਦੋਂ ਵੀ ਇਹ ਧਿਆਨ ਰੱਖਣਾ ਪੈਂਦਾ ਵੀ ਜਦੋਂ ਵੀ ਆਪਾਂ ਬੱਚੇ ਨੂੰ ਪੜਾਉਣਾ ਹੈ, ਉਹਦੀ ਰਿਮੀਡੀਅਲ ਟੀਚਿੰਗ ਕਰਨੀ, ਉਹਦੇ ਲਈ ਕਲੀਅਰ ਇੰਸਟਰਕਸ਼ਨਾਂ ਦੇਣੀਆਂ ਚਾਹੀਦੀਆਂ, ਗਾਈਡ ਕਰਨਾ ਚਾਹੀਦਾ ਬੱਚੇ ਨੂੰ। ਅਗਰ ਆਪਾਂ ਗਾਈਡ ਨਹੀਂ ਕਰਾਂਗੇ, ਕਲੀਅਰ ਇੰਸਟਰਕਸ਼ਨ ਨਹੀਂ ਦੇਵਾਂਗੇ, ਤੇ ਰਿਮੀਡੀਅਲ ਟੀਚਿੰਗ ਦਾ ਕੋਈ ਮਤਲਬ ਨਹੀਂ ਹੈ। ਉਸ ਤੋਂ ਬਾਅਦ ਜਿਹੜਾ 4th ਹੈ ਆਪਣੇ ਕੋਲੇ ਪ੍ਰਿੰਸੀਪਲ, ਕਹਿੰਦੇ ਜੀ ਇਨਕਰੇਜ ਕਰਾਂਗੇ, ਮਤਲਬ ਕਿ
ਉਤਸ਼ਾਹ ਕਰਾਂਗੇ ਬੱਚੇ ਨੂੰ ਕਿ ਐਕਟਿਵ ਪਾਰਟਿਸਿਪੇਟ ਕਰ ਸਕੇ। ਐਕਟਿਵ ਪਾਰਟਿਸਿਪੇਟ ਕਰੇਗਾ ਤਾਂ ਆਪਣੀ ਜਿਹੜੀ ਅਚੀਵਮੈਂਟ ਹੋਏਗੀ, ਸਟੂਡੈਂਟ ਦੀ ਅਚੀਵਮੈਂਟ ਹਾਈ ਹੋਏਗੀ। ਅਚੀਵਮੈਂਟ ਹੈ ਜਿਹੜੀ ਉਹ ਜਿਹੜਾ ਉਹਦਾ ਲੈਵਲ ਆ ਉਹ ਹਾਈ ਰਹੇਗਾ। ਤਾਂ ਆਪਣਾ ਜਿਹੜਾ ਇੱਥੇ ਇਹ ਰਿਮੀਡੀਅਲ ਟੀਚਿੰਗ ਦਾ ਮਤਲਬ ਵੀ ਪੂਰਾ ਹੋ ਗਿਆ ਕਿ ਉਹਦੀ ਅਚੀਵਮੈਂਟ ਸਹੀ ਹੋਵੇ। ਸਟੱਡੀ ਦਾ ਗੱਲ ਹੀ ਹੈ ਨਾ ਵੀ ਉਹਦੇ ਅੰਦਰ ਕਮੀਆਂ ਸੀ, ਉਹ ਕਮੀਆਂ ਨੂੰ ਸੁਧਾਰਤਾ, ਐਕਟਿਵ ਪਾਰਟਿਸਿਪੇਟ ਕਰਨ ਲੱਗ ਗਿਆ ਬੱਚਾ, ਗੱਲ ਹੀ ਖਤਮ ਹੋ ਗਈ। ਅੱਗੇ ਦੇਖੋ ਜੀ, ਕਹਿੰਦੇ ਫੋਕਸ ਦਾ ਲਰਨਿੰਗ ਪ੍ਰੋਸੈਸ। ਬੱਚੇ ਦੇ ਤੇ ਅਧਿਆਪਕ ਕੀ ਕਰਨਗੇ, ਫੋਕਸ ਕਰਨਗੇ ਲਰਨਿੰਗ ਪ੍ਰੋਸੈਸ ਨੂੰ। ਬਹੁਤ ਸਾਰੇ ਲਰਨਿੰਗ ਪ੍ਰੋਸੈਸ ਨੇ, ਕੁਝ ਮੈਥਡ ਨੇ ਹਨਾ, ਉਹਨਾਂ ਦਾ ਧਿਆਨ ਰੱਖ ਕੇ ਕਿਹੜੀ ਕਿਹੜੀ ਸਟ੍ਰੈਟਜੀ ਯੂਜ਼ ਕਰਨੀ ਚਾਹੀਦੀ ਆ ਪੜਾਉਂਦੇ ਸਮੇਂ ਹਨਾ, ਕਿੱਦਾਂ ਆਪਾਂ ਬੱਚੇ ਨੂੰ ਪੜਾਉਣਾ ਹੈ, ਬੱਚੇ ਦਾ ਲੈਵਲ ਕੀ ਹੈ, ਇਹ ਸਮਝ ਕੇ ਬੱਚੇ ਨੂੰ ਪੜਾਉਣ ਦੀ ਕੋਸ਼ਿਸ਼ ਕਰਾਂਗੇ, ਇਹੀ ਰਿਮੀਡੀਅਲ ਟੀਚਿੰਗ ਹੋਏਗਾ। ਇਹ ਕੁਝ ਪ੍ਰਿੰਸੀਪਲ ਨੇ ਫਿਰ ਤੋਂ ਆ ਜੀ। ਕਹਿੰਦੇ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ, ਫਿਰ ਐਕਟੀਵਿਟੀ ਕਰਵਾਉਣੀ ਚਾਹੀਦੀ ਹੈ, ਫਿਰ ਉਹਨੂੰ ਕਲੀਅਰ ਇੰਸਟਰਕਸ਼ਨਾਂ ਜਾਂ ਗਾਈਡ ਕਰਨੀਆਂ ਚਾਹੀਦੀਆਂ। ਐਕਟਿਵ ਪਾਰਟੀਸਪੇਟ ਕਰੇ ਤਾਂ ਬੱਚੇ ਦੀ ਜਿਹੜੀ ਅਚੀਵਮੈਂਟ ਹੈ ਜ਼ਿਆਦਾ ਹੋਏਗੀ, ਠੀਕ ਹੈ ਜੀ। ਐਂਡ ਲਰਨਿੰਗ ਪ੍ਰੋਸੈਸ ਤੇ ਜਿਹੜੀ ਹੋਵੇਗੀ ਫੋਕਸ ਕਰਨਾ ਚਾਹੀਦਾ ਹੈ। ਇਹੀ ਜਿਹੜਾ ਮੋਸਟ ਇੰਪੋਰਟੈਂਟ ਟੌਪਿਕ ਦੇ ਵਿੱਚੋਂ ਇੱਕ ਸੀ। ਹੁਣ ਆਪਾਂ ਗੱਲ ਕਰਦੇ ਹਾਂ ਕੁਝ ਸਟ੍ਰੈਟਜੀ ਯੂਜ਼ ਕਰਨੀਆਂ ਪੈਣਗੀਆਂ ਜਦੋਂ ਆਪਾਂ ਰਿਮੀਡੀਅਲ ਟੀਚਿੰਗ ਦੇਵਾਂਗੇ ਬੱਚਿਆਂ ਨੂੰ। ਰਿਮੀਡੀਅਲ ਟੀਚਿੰਗ ਦੇ ਸਮੇਂ ਬੱਚੇ ਦੇ ਲਈ ਕੀ ਕਰਾਂਗੇ, ਕੁਝ ਇੰਸਟਰਕਸ਼ਨਾਂ ਦੇਣੀਆਂ ਪੈਣਗੀਆਂ। ਸਭ ਤੋਂ ਪਹਿਲਾਂ ਜੀ ਰਿਵੀਜ਼ਨ ਡਰਿਲ ਕਰਾਂਗੇ। ਬੱਚੇ ਨੂੰ ਮੰਨ ਲਓ ਇੱਕ ਚੈਪਟਰ ਪੜਾਇਆ, ਉਹਦੀ ਰਿਵੀਜ਼ਨ ਕਰਾਵਾਂਗੇ। ਇਹ ਰਿਮੀਡੀਅਲ ਟੀਚਿੰਗ ਹੈ ਨਾ, ਜੋ ਕਮੀਆਂ ਰਹਿਣੀਆਂ ਇੱਕ ਚੈਪਟਰ ਦੇ ਵਿੱਚੋਂ, ਆਪਾਂ ਇੱਕ ਵਾਰੀ ਪੜਾਤਾ, ਟੈਸਟ ਲੈ ਲਿਆ, ਟੈਸਟ ਲੈ ਕੇ ਫਿਰ ਆਪਾਂ ਕਹਾਂਗੇ ਬੱਚੇ ਤੁਹਾਡੇ ਅੰਦਰ ਇਹ ਕਮੀਆਂ ਨੇ, ਫਿਰ ਤੁਸੀਂ ਇਸ ਜਿਹੜਾ ਚੈਪਟਰ ਉਹਨੂੰ ਰਿਵੀਜ਼ਨ ਕਰਕੇ ਆਇਓ। ਬਿਲਕੁਲ ਜੀ, ਇੱਥੇ ਕੀ ਹੈ, ਬੱਚਾ ਫਿਰ ਰਿਵੀਜ਼ਨ ਕਰੇਗਾ। ਲਓ ਜੀ ਅਗਲਾ ਪੁਆਇੰਟ ਦੇਖੋ, ਕਹਿੰਦੇ ਜੀ ਐਕਸ਼ਨ ਰਿਸਰਚ। ਐਕਸ਼ਨ ਰਿਸਰਚ ਆਪਾਂ ਜਦੋਂ ਬੀਐਡ ਕੀਤੀ ਹੈ ਨਾ, ਬੀਐਡ ਕੀਤੀ ਆ ਜਾਂ ਫਿਰ ਈਟੀਟੀ ਕੀਤੀ ਆ, ਠੀਕ ਆ, ਉਸ ਸਮੇਂ ਆਪਾਂ ਨੂੰ ਇੱਕ ਫਾਈਲ ਬਣਾਈ ਜਾਂਦੀ ਸੀਗੀ, ਫਾਈਲ, ਠੀਕ ਆ, ਜਿਹਨੂੰ ਐਕਸ਼ਨ ਅਪਰੋਚ ਦੇ ਨਾਲ ਕਿਹਾ ਜਾਂਦਾ, ਸੌਰੀ ਐਕਸ਼ਨ ਰਿਸਰਚ ਹੈ। ਤੇ ਇਹ ਐਕਸ਼ਨ ਰਿਸਰਚ ਕਿਸ ਤੇ ਹੈ ਜੀ, ਐਕਸ਼ਨ ਅਪਰੋਚ ਤੇ ਡਿਪੈਂਡ ਕਰਦੀ ਹੈ, ਐਕਸ਼ਨ ਅਪਰੋਚ ਤੇ ਡਿਪੈਂਡ ਕਰਦੀ ਹੈ। ਹੁਣ ਤੁਸੀਂ ਕਹੋਗੇ ਸਰ ਐਕਸ਼ਨ ਅਪਰੋਚ ਕੀ ਆ ਜਾਂ ਫਿਰ ਐਕਸ਼ਨ ਰਿਸਰਚ ਕੀ ਆ। ਦੇਖੋ ਬੱਚੇ ਜੋ ਐਕਸ਼ਨ ਲੈ ਰਹੇ ਨੇ ਉਸ ਬਾਰੇ ਆਪਾਂ ਸਰਚ ਕਰਾਂਗੇ ਵੀ ਬੱਚੇ ਅੱਛਾ ਇਹ ਸਟੈਪ ਲੈ ਰਹੇ ਨੇ, ਇਹ ਗਲਤ ਹੈ ਕਿ ਸਹੀ ਹੈ। ਬੱਚੇ ਐਵੇਂ ਪੜ੍ਹਦੇ ਨੇ, ਬੱਚੇ ਇਸ ਮੈਥਡ ਨਾਲ ਪੜ੍ਹਦੇ ਨੇ ਵੀ ਇਹ ਮੈਥਡ ਸਹੀ ਹੈ ਕਿ ਨਹੀਂ ਹੈ। ਜੇ ਉਹ ਸਹੀ ਨਹੀਂ ਹੋਵੇਗਾ ਤਾਂ ਉਹਨੂੰ ਸਹੀ ਕਿਵੇਂ ਕਰਨਾ, ਇਹ ਅਧਿਆਪਕ ਦਾ ਕੰਮ ਹੈ। ਜੇ ਅਧਿਆਪਕ ਇਦਾਂ ਨਹੀਂ ਕਰੇਗਾ ਤਾਂ ਇਹਦਾ ਕੋਈ ਫਾਇਦਾ ਨਹੀਂ ਹੈ, ਠੀਕ ਹੈ। ਇਹਦਾ ਕੋਈ ਫਾਇਦਾ ਨਹੀਂ ਆਪਣਾ ਰਿਮੀਡੀਅਲ ਟੀਚਿੰਗ ਦੇਣ ਦਾ। ਇੱਥੇ ਹੀ ਹੈ ਬੱਚੇ ਦੇ ਜਿਹੜਾ ਆਪਾਂ ਰਿਸਰਚ ਕਰਾਂਗੇ, ਜੋ ਸਟੈਪ ਬੱਚਾ ਜੋ ਐਕਸ਼ਨ ਲੈਂਦਾ ਹੈ ਪੜ੍ਹਨ ਦੇ ਸਮੇਂ, ਤੇ ਟੀਚਰ ਵੀ ਧਿਆਨ ਦੇਗਾ ਕਿ ਅਸੀਂ ਕਿੱਦਾਂ ਪੜਾਉਣਾ ਬੱਚੇ ਨੂੰ, ਜੋ ਕਮੀਆਂ ਨੇ ਉਹਨੂੰ ਕੱਢ ਕੇ ਦੂਰ ਫਿਰ ਉਹਨੂੰ ਪੜਾਇਆ ਜਾਵੇ, ਉਹ ਤੇ ਰਿਸਰਚ ਕਰੇਗਾ ਬੱਚੇ ਦੇ ਅੰਦਰ, ਠੀਕ ਆ। ਉਸ ਤੋਂ ਬਾਅਦ ਕੀ ਹੈ, ਡਾਇਰੈਕਟ ਟੀਚਿੰਗ। ਜਿੱਦਾਂ ਕਿ ਬੱਚੇ ਨੂੰ ਆਪਾਂ ਖੜਤਾ, ਟੈਸਟ ਲੈ ਲਿਆ, ਟੈਸਟ ਦੇ ਵਿੱਚੋਂ ਕਮੀ ਰਹਿ ਗਈ, ਫਿਰ ਤੋਂ ਆਪਾਂ ਨੂੰ ਡਾਇਰੈਕਟ ਟੀਚ ਕਰਨ ਲੱਗ ਗਏ, ਠੀਕ ਹੈ, ਡਾਇਰੈਕਟ ਟੀਚਿੰਗ ਕਰਨ ਲੱਗ ਗਏ, ਬਿਲਕੁਲ ਸਹੀ ਹੈ। ਅੱਗੇ ਮੋਸਟ ਇੰਪੋਰਟੈਂਟ ਹੈ, ਸੀਡੀਪੀ ਦੇ ਵਿੱਚ ਵੀ ਕੁਐਸਚਨ ਪੁੱਛੇ ਜਾਂਦੇ ਨੇ ਇਸ ਦੇ ਉੱਪਰ। ਆਈਈਪੀ ਤੁਸੀਂ ਇਹ ਕਨਸੈਪਟ ਯਾਦ ਕਰ ਲਓ, ਇੰਡੀਵਿਜੂਅਲਾਈਜ਼ ਐਜੂਕੇਸ਼ਨ ਪ੍ਰੋਗਰਾਮ ਕਿਹਾ ਜਾਂਦਾ ਹੈ। ਕਿ ਆਪਾਂ ਦੇਖੋ ਮਨੁੱਖ ਦੇ ਵਿੱਚ ਬੱਚਿਆਂ ਦੇ ਅੰਦਰ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਸਪੈਸ਼ਲ ਬੱਚੇ ਨੂੰ ਆਪਾਂ ਰਿਮੀਡੀਅਲ ਟੀਚਿੰਗ ਵੀ ਦੇ ਸਕਦੇ ਹਾਂ, ਗਰੁੱਪ ਦੇ ਵਿੱਚ ਵੀ ਦੇ ਸਕਦੇ ਹਾਂ। ਪਰ ਇੱਥੇ ਕੀ ਹੈ, ਇੱਥੇ ਇਕੱਲੇ ਬੱਚੇ ਦੀ ਗੱਲ ਕਰਦੇ ਆ, ਠੀਕ ਹੈ, ਇਕੱਲੇ ਬੱਚੇ ਦੀ, ਓਨਲੀ ਵਨ ਦੀ ਗੱਲ ਕਰਦੇ, ਕਿਸੇ ਇੱਕ ਬੱਚੇ ਨੂੰ ਆਪਾਂ ਰਿਮੀਡੀਅਲ ਟੀਚਿੰਗ ਦੇ ਸਕਦੇ ਹਾਂ, ਕੋਈ ਦਿੱਕਤ ਨਹੀਂ ਹੈ। ਹਾਂ ਇਹਦੇ ਨਾਲ ਨਾਲ ਹੁਣ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੁਣ ਆਪਾਂ ਪੀਅਰ ਗਰੁੱਪ ਦੇ ਵਿੱਚ ਵੀ ਕੀ ਕਰ ਸਕਦੇ ਹਾਂ, ਰਿਮੀਡੀਅਲ ਦੇ ਸਕਦੇ ਹਾਂ। ਇੱਕ ਪੀਅਰ ਗਰੁੱਪ ਬਣਾਤਾ ਆਪਾਂ, ਉਹਦੇ ਵਿੱਚ ਲਰਨਿੰਗ ਕਰ ਸਕਦੇ ਕਿਵੇਂ, ਇੱਕ ਟੌਪਿਕ ਦੇਤਾ ਆਪਾਂ ਬੱਚਿਆਂ ਨੂੰ ਹਨਾ, 5 ਦਾ ਗਰੁੱਪ ਬਣਾਇਆ, ਕਲਾਸਰੂਮ ਦੇ ਵਿੱਚ 5 ਦਾ ਗਰੁੱਪ ਬਣਾਇਆ ਸਟੂਡੈਂਟ ਦਾ, ਉਹਨਾਂ ਨੂੰ ਇੱਕ ਐਕਟੀਵਿਟੀ ਦੇਤੀ, ਤਾਂ ਐਕਟੀਵਿਟੀ ਤੋਂ ਬੱਚਾ ਸਿੱਖੇਗਾ ਤਾਂ ਉਹੀ ਅੱਗੇ ਕੁਐਸਚਨ ਦੇ ਵਿੱਚ ਆ ਸਕਦਾ ਹੈ, ਠੀਕ ਹੈ। ਐਕਸ਼ਨ ਉਹ ਆਪਾਂ ਮਾਊਂਟੇਨ, ਇੱਕ ਨੂੰ ਮਾਊਂਟੇਨ ਦੇਤਾ ਆਪਾਂ, ਇੱਕ ਨੂੰ ਜਿਹੜੇ ਪਲੇਨ ਦੇਤੇ ਹਨਾ, ਜਿਓਗ੍ਰਾਫੀ ਦੀ ਗੱਲ ਕਰੀਏ, ਇਸ ਤਰ੍ਹਾਂ ਬੱਚਾ ਫਿਰ ਕੀ ਹੈ ਗਰੁੱਪ ਬਣਾ ਕੇ ਇਸ ਤਰ੍ਹਾਂ ਕਰ ਸਕਦਾ ਨਾ, ਜਿਹਦੀ ਅਚੀਵਮੈਂਟ ਹਾਂ ਕਈ ਵਾਰੀ ਇਦਾਂ ਹੁੰਦਾ ਨਾ ਵੀ ਬੱਚਾ ਆਪਣੇ ਟੀਚਰ ਦੀ ਗੱਲ ਇੰਨੀ ਚੰਗੀ ਤਰ੍ਹਾਂ ਨਾ ਸਮਝ ਸਕੇ, ਪਰ ਉਹ ਆਪਣੇ ਦੋਸਤ ਦੀ ਚੰਗੀ ਤਰ੍ਹਾਂ ਗੱਲ ਸਮਝ ਲੈਂਦਾ ਹੈ। ਇਸ ਕਰਕੇ ਇੱਥੇ ਕੀ ਆ, ਇੱਕ ਉਹਦਾ ਪੀਅਰ ਗਰੁੱਪ ਹੀ, ਇੱਕ ਪੀਅਰ ਸਟੂਡੈਂਟ ਹੀ ਉਹਦੀ ਹੈਲਪ ਕਰਨਗੇ ਐਜ਼ ਏ ਟੀਚਰ ਹੋ ਕੇ, ਮਤਲਬ ਅਧਿਆਪਕ ਦੀ ਤਰ੍ਹਾਂ ਉਹ ਰੋਲ ਅਦਾ ਕਰਨਗੇ ਉਸ ਦੇ ਲਈ ਜਿਹੜੇ ਕਿ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ। ਉਸ ਤੋਂ ਬਾਅਦ ਪ੍ਰੋਗਰਾਮ ਲਰਨਿੰਗ, ਆਪਾਂ ਬਹੁਤ ਸਾਰੇ ਪ੍ਰੋਗਰਾਮ ਉਹਦੇ ਲਈ ਰੱਖਾਂਗੇ, ਜਿਵੇਂ ਕਿ ਹੁਣ ਆਪਣੇ ਪ੍ਰਧਾਨ ਮੰਤਰੀ ਹਨਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਪ੍ਰੀਖਿਆ ਹਾਂਜੀ ਪ੍ਰੀਖਿਆ ਚਰਚਾ ਰੱਖੀ ਹੋਈ ਹੈ, ਪ੍ਰੀਖਿਆ ਚਰਚਾ ਕਰ ਰਹੇ ਆ ਹਨਾ, ਤਾਂ ਉਹ ਪ੍ਰੀਖਿਆ ਚਰਚਾ ਦੇ ਵਿੱਚ ਬੱਚੇ ਦੇ ਜਿਹੜੇ ਡਰ ਆ ਨਾ ਉਹ ਦੂਰ ਕਰ ਰਹੇ ਨੇ। ਇਸ ਕਰਕੇ ਸਕੂਲ ਦੇ ਵਿੱਚ ਵੀ ਇਦਾਂ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਕਿ ਆਰਗੇਨਾਈਜ਼ ਕਰਵਾਏ ਜਾਂਦੇ ਨੇ, ਜਿਹਦੇ ਕਰਕੇ ਬੱਚਿਆਂ ਦਾ ਡਰ ਨਿਕਲ ਜੇ ਤੇ ਉਹਨਾਂ ਦੀ ਟੀਚਿੰਗ ਉਹਨਾਂ ਦੀ ਜਿਹੜੀ ਲਰਨਿੰਗ ਆ ਉਹ ਵਧੀਆ ਹੋ ਜੇ, ਤੇ ਟੀਚਰ ਦੀ ਜਿਹੜੀ ਟੀਚਿੰਗ ਰਹੇਗੀ ਉਹ ਵੀ ਇਫੈਕਟਿਵ ਹੋ ਸਕੇ। ਬਿਲਕੁਲ ਅੱਗੇ ਮੋਸਟ ਇੰਪੋਰਟੈਂਟ ਹੈ ਕਿ ਆਡੀਓ ਵਿਜ਼ੂਅਲ ਏਡਸ ਦਾ ਯੂਜ਼ ਕਰਾਂਗੇ। ਆਡੀਓ ਵੀਡੀਓ ਏਡਸ ਆ, ਆਪਾਂ ਬੱਚੇ ਨੂੰ ਵੀਡੀਓ ਦਿਖਾ ਸਕਦੇ ਹਾਂ, ਮਾਊਂਟੇਨ ਦਿਖਾਉਣਾ, ਕੁਝ ਵੀ ਪੜਾਉਣਾ ਹੈ, ਬੱਚੇ ਨੂੰ ਪਿਕਚਰ ਦਿਖਾ ਕੇ ਪੜ੍ਹਾ ਸਕਦੇ ਹਾਂ।
ਬੱਚੇ ਨੂੰ ਕੁਛ ਰੀਅਲ ਲਾਈਫ ਦੇ ਨਾਲ ਕੁਛ ਕੰਡੀਸ਼ਨਾਂ ਰੀਅਲ ਲਾਈਫ ਦੇ ਵਿੱਚੋਂ ਕੋਈ ਹੈ, ਜਿੱਦਾਂ ਕਿ ਆਪਾਂ ਇੰਡਸਟਰੀ ਦੇ ਬਾਰੇ ਪੜ੍ਹਾਉਣਾ ਹੈ, ਬੱਚੇ ਨੂੰ ਇੰਡਸਟਰੀ ਟੂਰ ਲੈ ਕੇ, ਬੱਚੇ ਨੂੰ ਰੌਕ ਗਾਰਡਨ ਦੇ ਬਾਰੇ, ਰੋਜ਼ ਗਾਰਡਨ, ਰੌਕ ਗਾਰਡਨ, ਹਨਾ, ਜੋ ਵੀ ਸਮਝਾਉਣਾ ਹੈ, ਬੱਚੇ ਨੂੰ ਵਿਜ਼ਿਟ ਕਰਤਾ, ਉਸਨੂੰ ਰੇਲੀਆ ਕਹਿੰਦੇ ਹਾਂ, ਰੇਲੀਆ। ਕਈ ਵਾਰੀ ਇਹ ਕੁਐਸਚਨ ਨਿਕਲ ਕੇ ਆਉਂਦਾ, ਵਟ ਇਜ਼ ਰੇਲੀਆ? ਰੇਲੀਆ ਕਹੋਗੇ ਰੀਅਲ ਆਬਜੈਕਟ, ਇੱਥੇ ਰੇਲੀਆ ਦਾ ਮਤਲਬ ਕੀ ਹੈ? ਰੀਅਲ ਆਬਜੈਕਟ, ਜਿਹੜਾ ਬੱਚਾ ਉਹ ਕੀ ਕਰ ਸਕੇ, ਓਬਜ਼ਰਵ ਕਰ ਸਕੇ, ਦੇਖ ਸਕੇ, ਠੀਕ ਹੈ ਜੀ, ਰੀਅਲ ਆਬਜੈਕਟ। ਤੇ ਰੇਲੀਆ ਦਾ ਜਿਹੜਾ ਸਭ ਤੋਂ ਜ਼ਿਆਦਾ ਕਿੱਥੇ ਯੂਜ਼ ਕੀਤਾ ਜਾਂਦਾ ਹੈ, ਉਹ ਕਹੂੰਗੀ ਜੀ ਕਿਸ ਦੇ ਵਿੱਚ? ਕੰਕਰੀਟ, ਕੰਕਰੀਟ ਥਿੰਕਿੰਗ ਦੇ ਵਿੱਚ, ਜਾਂ ਕੰਕਰੀਟ ਆਪਰੇਸ਼ਨ ਦੇ ਵਿੱਚ, ਜਿਹੜੇ ਕਿ ਜੀਨ ਪਿਆਜੇ ਨੇ ਆਪਣੀਆਂ ਥਿਊਰੀਆਂ ਦਿੱਤੀਆਂ ਨੇ, ਠੀਕ ਹੈ। ਇੱਥੋਂ ਬੱਚਾ ਮਲਟੀ ਸੈਂਸਰੀ ਅਪਰੋਚ, ਇਹ ਮਲਟੀ ਸੈਂਸਰੀ ਕਿ ਬੱਚਾ ਮਲਟੀ ਸੈਂਸਰ ਨੂੰ, ਜਿਹੜੀ ਸੈਂਸਰੀ ਹੋਏਗੀ, ਸੈਂਸਰ ਰਹੇਗਾ, ਉਹਨਾਂ ਨੂੰ ਯੂਜ਼ ਕਰ ਸਕੇ। ਤੇ ਉਹਦਾ ਜਿਹੜਾ, ਹਾਂ, ਸੁਣਦਿਆਂ ਕਿਸੇ ਨੂੰ, ਬੱਚੇ ਨੂੰ ਦੇਖ ਰਿਹਾ, ਉਹਦਾ ਜਿਹੜਾ ਇੱਕੋ ਹੀ ਸਮੇਂ ਸੁਣਦਾ, ਦੇਖਦਾ, ਪੜ੍ਹਦਾ, ਬੋਲਦਾ ਕਰ ਸਕੇ, ਠੀਕ ਹੈ। ਉਸ ਤੋਂ ਬਾਅਦ ਸੋਸ਼ੇਸ਼ਨਲ ਐਂਡ ਕਮਿਊਨੀਕੇਸ਼ਨਲ ਪ੍ਰੈਕਟਿਸ, ਬੱਚੇ ਦੀ ਜਿਹੜੀ ਕੰਡੀਸ਼ਨ ਰਹਿੰਦੀ ਹੈ ਉਸਨੂੰ ਧਿਆਨ ਦੇ ਵਿੱਚ ਰੱਖਦੇ, ਉਹਨੂੰ ਕਮਿਊਨੀਕੇਸ਼ਨ ਦੇ ਨਾਲ ਉਹ ਪ੍ਰੈਕਟਿਸ ਕਰੇ। ਦੇਖੋ ਗਰੁੱਪ ਬਣਾਤਾ ਨਾ, ਹੁਣ ਦੇਖੋ ਗਰੁੱਪ ਬਣਾਤਾ, ਹੁਣ ਗਰੁੱਪ ਤੋਂ ਬਾਅਦ ਜੇ ਘਰੇ ਜਾ ਕੇ ਵੀ ਉਹੋ ਜਿਹੀਆਂ ਕੰਡੀਸ਼ਨਾਂ ਰੱਖੇ ਵੀ ਮੈਂ ਘਰ ਜਾ ਕੇ ਇਹ ਚੈਪਟਰ ਕਰਾਂਗਾ, ਉਹ ਜੋ ਜੀ ਕੰਡੀਸ਼ਨ ਦੇਤੀ ਬੱਚੇ ਨੂੰ, ਉਸ ਨੂੰ ਧਿਆਨ ਦੇ ਵਿੱਚ ਕਮਿਊਨੀਕੇਟ ਕਰ ਸਕੇ ਵੀ ਤੂੰ ਘਰੇ ਜਾ ਕੇ ਟੌਪਿਕ ਦੱਸਣਾ ਹੈ ਵੀ ਭਾਈ ਤੈਨੂੰ ਪੰਜਾਬੀ, ਦੇਖੋ ਬੱਚਾ ਸਪੀਕਿੰਗ ਦੇ ਵਿੱਚ ਕਮਜ਼ੋਰ ਹੈ, ਬੱਚਾ ਸਪੀਕਿੰਗ ਦੇ ਵਿੱਚ ਵੀਕ ਹੈ, ਉਸਨੂੰ ਇੰਪਰੂਵ ਕਰਨਾ। ਬੱਚੇ ਨੂੰ ਕਹਾਂਗੇ ਬਾਈ ਅੱਜ ਤੈਨੂੰ ਟੌਪਿਕ ਦਿੱਤਾ ਹੈ, ਮਤਲਬ ਕੰਡੀਸ਼ਨ ਦਿੱਤੀ ਵੀ ਘਰ ਜਾ ਕੇ ਤੂੰ ਕੀ ਆ, ਅੱਜ ਜਿਹੜਾ ਸੰਡੇ ਹੈ, ਕੱਲ ਸੰਡੇ ਹੈ, ਤੂੰ ਸੰਡੇ ਤੇ ਕੀ ਹੈ, ਘਰੇ ਜਾ ਕੇ ਦੱਸੋਗੇ, ਸੰਡੇ ਤੇ ਇੱਕ ਲੇਖ ਲਿਖੋਗੇ, ਹਨਾ, ਤਾਂ ਲੇਖ ਲਿਖ ਕੇ ਉਹ ਤੁਸੀਂ ਰੀਡ ਕਰੋਗੇ ਘਰੇ ਜਾ ਕੇ। ਇਹ ਕੀ ਐਕਟੀਵਿਟੀ ਹੋ ਗਈ ਨਾ, ਕੰਡੀਸ਼ਨ ਦਿੱਤੀ, ਉਹ ਕਮਿਊਨੀਕੇਟ ਕਰ ਸਕਦਾ, ਫਿਰ ਉਹ ਅਧਿਆਪਕ ਨੂੰ ਆਪਣੇ ਘਰ ਦੇ ਵਿੱਚ ਅਧਿਆਪਕ ਦੀ ਗੱਲ ਮੰਨ ਕੇ ਕੀ ਕਰੇਗਾ, ਆਪਣੇ ਮਾਪਿਆਂ ਨੂੰ ਇਹ ਗੱਲ ਸੁਣਾਵੇਗਾ, ਰੀਡ ਕਰੇਗਾ। ਅਲਟਰਨੇਟਿੰਗ ਲਰਨਿੰਗ ਮੈਥਡ, ਹੁਣ ਦੇਖੋ ਜੀ ਕਈ ਵਾਰੀ ਇਹ ਹੁੰਦਾ ਨਾ, ਪੜ੍ਹਾਉਂਦੇ ਸਮੇਂ ਬੱਚੇ ਨੂੰ ਨਹੀਂ ਸਮਝ ਲੱਗਦਾ, ਆਪਾਂ ਵੀਡੀਓ ਦਿਖਾ, ਦੇਖੋ ਸਭ ਤੋਂ ਪਹਿਲਾਂ ਆਪਾਂ ਬੋਰਡ ਦੇ ਉੱਤੇ ਕੀ ਬਣਾਤਾ, ਡਾਇਗ੍ਰਾਮ, ਹਨਾ, ਡਾਇਗ੍ਰਾਮ, ਤਾਂ ਬੱਚਾ ਡਾਇਗ੍ਰਾਮ ਦੇ ਵਿੱਚੋਂ ਨਹੀਂ ਸਿੱਖ ਸਕਦਾ, ਫਿਰ ਆਪਾਂ ਨੂੰ ਮੈਥਡ ਯੂਜ਼ ਕਰਨਾ ਅਲੱਗ ਪਵੇਗਾ, ਉਹਨੂੰ ਵੀਡੀਓ ਦਿਖਾਈ ਜਾਏਗੀ, ਵੀਡੀਓ ਦੇ ਨਾਲ ਪਤਾ ਲੱਗ ਜਾਏਗਾ ਬੱਚੇ ਨੂੰ, ਕਿਉਂਕਿ ਵੀਡੀਓ ਕੀ ਹੁੰਦਾ, 3D ਹੁੰਦੀ ਹੈ, ਤੇ ਜਿਹੜਾ ਬੱਚਾ ਈਜ਼ੀਲੀ ਅੰਡਰਸਟੈਂਡ ਕਰ ਸਕਦਾ ਹੈ, ਬਿਲਕੁਲ ਸਹੀ ਹੈ ਇੱਥੇ। ਉਸ ਤੋਂ ਬਾਅਦ ਲਾਸਟ ਹੈ ਐਕਟੀਵਿਟੀ, ਜਿਹੜੇ ਕਿ ਪਹਿਲਾਂ ਵੀ ਗੱਲ ਕੀਤੀ ਆ, ਬੱਚੇ ਤੋਂ ਜ਼ਿਆਦਾ ਐਕਟੀਵਿਟੀਆਂ ਕਰਵਾਈ ਜਾਣਗੀਆਂ, ਤਾਂ ਜੋ ਵੱਧ ਤੋਂ ਵੱਧ ਮੌਕੇ ਬੱਚੇ ਨੂੰ ਦਿੱਤੇ ਜਾਣ ਕਿ ਕਿਸੇ ਨਾ ਕਿਸੇ ਐਕਟੀਵਿਟੀ 'ਚ ਪਾਰਟੀਸਪੇਟ ਕਰ ਸਕੇ। ਵੱਧ ਤੋਂ ਵੱਧ ਮੌਕੇ ਦੇਵਾਂਗੇ ਤਾਂ ਉਹਦੀ ਜਿਹੜੀ ਰਿਮੀਡੀਅਲ ਟੀਚਿੰਗ ਆ, ਉਹਦੀ ਜਿਹੜੀ ਅਚੀਵਮੈਂਟ ਆ, ਹਾਈ ਹੋਏਗੀ। ਇਹੀ ਸਟ੍ਰੈਟਜੀ ਆ। ਬੱਚਾ ਜਿੱਥੇ ਕਮਜ਼ੋਰ ਆ, ਉਹੋ ਜਿਹੀਆਂ ਐਕਟੀਵਿਟੀਆਂ ਵਿੱਚ ਉਹਨੂੰ ਧਕੇਲਿਆ ਜਾਵੇ, ਬਈ ਤੂੰ ਸਿੱਖ ਜਾ ਕੇ, ਕੋਈ ਗੱਲ ਨਹੀਂ, ਤੂੰ ਸਿੱਖ, ਅਸੀਂ ਤੇਰੇ ਨਾਲ ਆ। ਇਹ ਗੱਲਾਂ ਸਿਖਾਈਆਂ ਜਾਣ ਤਾਂ ਬਹੁਤ ਵਧੀਆ ਗੱਲ ਹੈ, ਠੀਕ ਹੈ ਜੀ। ਬਾਕੀ ਜਿਨ੍ਹਾਂ ਨੇ ਅੱਜ ਤੱਕ ਸਾਡਾ WhatsApp ਗਰੁੱਪ ਜੁਆਇਨ ਨਹੀਂ ਕੀਤਾ, ਇਹ ਨੰਬਰ ਹੈ, ਨੰਬਰ ਤੇ, ਠੀਕ ਹੈ, ਉਹ ਕੰਟੈਕਟ ਕਰਕੇ ਸਾਡਾ WhatsApp ਗਰੁੱਪ ਆ ਜਿਹੜਾ ਜੁਆਇਨ ਕਰ ਸਕਦੇ ਨੇ। ਤੇ ਇੰਸਟਾਗ੍ਰਾਮ ਹੈ ਸਾਡਾ JV ਸਟੇਸ਼ਨ, ਟੈਲੀਗ੍ਰਾਮ ਹੈ, ਐਂਡ ਠੀਕ ਆ, ਟੈਲੀਗ੍ਰਾਮ ਹੈ ਸਾਡਾ, FV ਹੈ, FV ਪੇਜ ਹੈ JV ਸਟੇਸ਼ਨ ਤੇ, ਉਹ ਤੁਸੀਂ ਫੋਲੋ ਕਰ ਸਕਦੇ ਹੋ। ਉਮੀਦ ਹੈ ਕਿ ਤੁਹਾਨੂੰ ਇਹ ਵੀ ਸੈਸ਼ਨ ਵਧੀਆ ਲੱਗੇਗਾ। ਚਲੋ ਜੀ ਅੱਗੇ ਚੱਲਦੇ ਹਾਂ, ਠੀਕ ਹੈ। ਤਾਂ ਤੁਹਾਨੂੰ ਦੱਸਤਾ ਕਿ ਆਪਣਾ ਕੀ ਕੀ ਇੰਪੋਰਟੈਂਟ ਆ, ਕੀ ਕੀ ਆ, ਤੇ ਠੀਕ ਹੈ ਜੀ। WhatsApp ਗਰੁੱਪ ਦਾ ਨੰਬਰ ਹੈ, ਇਹ ਦੇਤਾ, ਤੁਸੀਂ ਮੈਸੇਜ ਕਰਕੇ ਦੇਖ ਸਕਦੇ ਹੋ। ਵੈਸੇ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇਹ ਲਿੰਕ ਮਿਲ ਰਿਹਾ ਹੈ, ਤੁਸੀਂ ਲਿੰਕ ਤੇ ਜਾ ਕੇ ਜੁਆਇਨ ਕਰ ਸਕਦੇ ਹੋ। ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਲਾਈਕ, ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।